सत श्री अकाल जी, स्वागत है तुहाडा साडे प्लेटफॉर्म मास्टर क्लासिस पटियाला ते। अज असीं एक बहुत इंपॉर्टेंट टॉपिक जिवें कि तुहानूं पता लग ही रहा कि पंचायती राज बारे समझण दी कोशिश करांगे। पॉलिटी यानी कि राजनीति शास्त्र दे विच एक बहुत अहम टॉपिक जिहड़ा है पंचायती राज हुंदा है। ਤਾਂ ਅਸਲ 'ਚ ਅਸੀਂ ਅੱਜ ਇਹਦੇ ਸਾਰੇ ਕਿ ਇਹਨੂੰ ਕਿਵੇਂ ਸੰਵਿਧਾਨ ਦੇ ਵਿੱਚ ਦਰਜਾ ਮਿਲਿਆ ਤੇ ਅੱਜ ਪੰਚਾਇਤੀ ਰਾਜ ਦਾ ਸਿਗਨੀਫੀਕੈਂਸ ਕੀ ਹੈ। ਸੋ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਤਾਂ ਇਹਦੇ ਆਰਟੀਕਲਸ ਯਾਨੀ ਕਿ ਅਨੁਛੇਦ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਨੇ, ਜਾਂ ਵੈਸੇ ਵੀ ਬਰੀਕੀਆਂ ਬਹੁਤ ਨੇ ਇਸ ਪੰਚਾਇਤੀ ਰਾਜ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਇਗਨੋਰ ਕਰ ਜਾਂਦੇ ਹਾਂ ਤੇ ਅਸੀਂ ਅੱਜ ਬਚਾਂਗੇ ਉਸ ਚੀਜ਼ ਤੋਂ। ਲਓ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਪੰਚਾਇਤੀ ਰਾਜ ਜਦੋਂ ਸੰਵਿਧਾਨ ਬਣਿਆ ਤਾਂ ਉਸ ਸਮੇਂ ਪੰਚਾਇਤੀ ਰਾਜ ਦੀ ਸਥਿਤੀ ਕੀ ਸੀ। ਪੰਚਾਇਤੀ ਰਾਜ ਨੂੰ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਕਿ ਨਹੀਂ ਲਿਖਿਆ ਗਿਆ, ਜੇ ਲਿਖਿਆ ਗਿਆ ਤਾਂ ਇੰਨੀ ਅਹਿਮੀਅਤ ਨਾਲ ਕਿਉਂ ਨਹੀਂ ਲਿਖਿਆ ਗਿਆ, ਅੱਜ ਇਹਦੇ 'ਤੇ ਗੱਲ ਕਰਦੇ ਹਾਂ। ਦੇਖੋ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੋ ਸ਼ਖਸ ਇਹੋ ਜਿਹੇ ਹੋਏ ਆ ਜਿਨ੍ਹਾਂ ਨੇ ਬਾਅਦ 'ਚ ਦੇਸ਼ ਦੀ ਆਜ਼ਾਦੀ ਦਾ ਡਰਾਫਟ ਜਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸ਼ੁਰੂ ਵਾਲੇ ਸਮੇਂ ਦਾ ਢਾਂਚਾ ਤਿਆਰ ਕੀਤਾ। ਇੱਕ ਮਹਾਤਮਾ ਗਾਂਧੀ ਤੇ ਇੱਕ BR ਅੰਬੇਦਕਰ। ਇੱਕ ਨੇ ਸੰਵਿਧਾਨ ਬਣਾਇਆ ਤੇ ਇੱਕ ਤੋਂ ਸਾਰੇ ਉਸ ਸਮੇਂ ਦੇ ਰਾਜਨੀਤਿਕ ਲੀਡਰਾਂ ਨੇ ਇੰਸਪੀਰੇਸ਼ਨ ਲਈ ਹੈ। ਤਾਂ BR ਅੰਬੇਦਕਰ ਜਿਹੜੇ ਸੀ ਤੇ ਮਹਾਤਮਾ ਗਾਂਧੀ, ਇਹਨਾਂ 'ਚ ਇੱਕ ਵਿਚਾਰਕ ਮਤਭੇਦ ਜ਼ਰੂਰ ਸੀ। ਦੋਵੇਂ ਦਲਿਤਾਂ ਨੂੰ, ਹਰੀਜਨਸ ਨੂੰ ਅਪਲਿਫਟ ਕਰਨ ਦੀ ਗੱਲ ਕਰਦੇ ਸੀ, ਬਟ ਇੱਕ ਉਹ ਸ਼ਖਸ ਸੀਗਾ ਜਿਹੜਾ ਉਸ ਤਜਰਬੇ ਨੂੰ ਖੁਦ ਤੇ ਹੰਢਾ ਚੁੱਕਿਆ ਸੀ ਤੇ ਇੱਕ ਉਹ ਸੀ ਜਿਹੜਾ ਸਿਰਫ ਬਾਹਰੋਂ ਬੈਠਾ ਇਹ ਸਮਝਦਾ ਸੀ ਕਿ ਸ਼ਾਇਦ ਇਸ ਜਾਤੀਵਾਦ ਦਾ ਜਾਂ ਇਸ ਕਾਸਟ ਸਿਸਟਮ ਦਾ ਜਾਂ ਇਸ ਕਾਸਟਿਜ਼ਮ ਦਾ ਇਲਾਜ ਜਿਹੜਾ ਹੈ ਉਹ ਐਵੇਂ ਹੋ ਜਾਊਗਾ। ਬਿਕੋਜ਼ ਮਹਾਤਮਾ ਗਾਂਧੀ ਨੇ ਕਦੀ ਵੀ ਵਰਨ ਸਿਸਟਮ ਦਾ ਖੰਡਨ ਨਹੀਂ ਕੀਤਾ ਤੇ BR ਅੰਬੇਦਕਰ ਇਹ ਸਮਝਦੇ ਸੀ ਕਿ ਵਰਨ ਸਿਸਟਮ ਦਾ ਖੰਡਨ ਕਰੇ ਬਿਨਾ ਜਾਤ ਪਾਤ ਦਾ ਜਿਹੜਾ ਭੇਦਭਾਵ ਆ ਉਹਨੂੰ ਖਤਮ ਹੀ ਨਹੀਂ ਕੀਤਾ ਜਾ ਸਕਦਾ। ਇੱਕ ਸ਼ਖਸ ਬਹੁਤ ਹੀ ਪ੍ਰੈਕਟੀਕਲ ਸੀ ਤੇ ਇੱਕ ਸ਼ਖਸ ਬਹੁਤ ਥਿਓਰੈਟੀਕਲ ਸੀ। ਮਹਾਤਮਾ ਗਾਂਧੀ ਜਾਤ ਪਾਤ ਦੇ ਇਸ ਸਿਸਟਮ ਨੂੰ ਖਤਮ ਕਰਨ ਦੇ ਮਾਮਲੇ 'ਚ ਬਹੁਤੇ ਪ੍ਰੈਕਟੀਕਲ ਹੋਏ ਵੀ ਨਹੀਂ ਕਦੀ। BR ਅੰਬੇਦਕਰ ਇਹ ਚਾਹੁੰਦੇ ਸੀ ਕਿ ਪੰਚਾਇਤਾਂ ਨੂੰ ਸੰਵਿਧਾਨਕ ਦਰਜਾ ਜਾਂ ਪੰਚਾਇਤਾਂ ਨੂੰ ਤਾਕਤਾਂ ਨਾ ਦਿੱਤੀਆਂ ਜਾਣ, ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਤਾਕਤ ਦੇਣ ਦਾ ਮਤਲਬ ਆ ਕਿ ਜਾਤੀ ਪ੍ਰਥਾ ਦੇ ਵਿੱਚ ਉੱਪਰਲੀ ਕੁਰਸੀ ਤੇ ਬੈਠਾ ਸ਼ਖਸ, ਉੱਪਰਲੀ ਜਾਤ ਦਾ ਸ਼ਖਸ ਜਿਹੜਾ ਹੈ ਉਹੀ ਸਾਰਾ ਸਿਸਟਮ ਚਲਾਊਗਾ। ਮਹਾਤਮਾ ਗਾਂਧੀ ਇਸ ਤੋਂ ਉਲਟ ਪੰਚਾਇਤਾਂ ਨੂੰ ਤਾਕਤਾਂ ਦੇਣ ਦੇ ਫੇਵਰ 'ਚ ਸੀ। ਉਹਨਾਂ ਨੂੰ ਲੱਗਦਾ ਸੀ ਕਿ ਪਿੰਡਾਂ ਲੈਵਲ ਤੇ ਜਿਹੜੀ ਸਰਕਾਰ ਆ ਉਹ ਸਥਾਨਕ ਹੋਣੀ ਚਾਹੀਦੀ ਆ, ਉਹ ਆਪਣੇ ਲੈਵਲ ਤੇ ਹੀ ਕੰਮ ਕਰੇ, ਆਪਣੇ ਲੈਵਲ ਤੇ ਹੀ ਸਾਰਾ ਸਿਸਟਮ ਜਿਹੜਾ ਹੈ ਉਹ ਸੈੱਟ ਕਰੇ। ਸੋ ਇਹ ਦੋਵਾਂ ਦੇ ਵਿੱਚ ਇੱਕ ਮੁੱਖ ਤੌਰ ਤੇ ਮੁੱਖ ਫਰਕ ਸੀਗਾ ਦੋਵਾਂ 'ਚ। ਇਸੇ ਕਰਕੇ ਮਹਾਤਮਾ ਗਾਂਧੀ ਦੀ ਗੱਲ ਨੂੰ ਥੋੜਾ ਜਿਹਾ ਥੱਲੇ ਰੱਖਦੇ ਹੋਏ ਉਸ ਸਮੇਂ ਦੇ ਸੰਵਿਧਾਨ 'ਚ ਇਹ ਫੈਸਲਾ ਕੀਤਾ ਗਿਆ ਕਿ ਪੰਚਾਇਤੀ ਰਾਜ ਨੂੰ ਸੰਵਿਧਾਨ 'ਚ ਲਿਖਿਆ ਤੇ ਜਾਊਗਾ, ਪਰ ਲਿਖਿਆ ਜਾਊਗਾ ਸਿਰਫ DPSPs 'ਚ, ਸੰਵਿਧਾਨ ਦੀਆਂ ਨੈਤਿਕ ਜ਼ਿੰਮੇਵਾਰੀਆਂ 'ਚ, ਸਰਕਾਰ ਨੂੰ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ 'ਚ। ਆਰਟੀਕਲ 40 'ਚ ਪੰਚਾਇਤਾਂ ਦੀ ਜ਼ਿੰਮੇਵਾਰੀ ਸਰਕਾਰ ਨੂੰ ਦੇ ਦਿੱਤੀ ਗਈ, ਪਰ ਆਰਟੀਕਲ 40 ਯਾਨੀ ਕਿ DPSPs ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲਸ ਯਾਨੀ ਕਿ ਦਿਸ਼ਾ ਨਿਰਦੇਸ਼, ਇਹ ਸੰਵਿਧਾਨ ਦਾ ਭਾਗ 4 ਆ। ਇਹ ਕੌਂਸਟੀਟਿਊਸ਼ਨ ਦਾ 4th ਪਾਰਟ ਆ ਜਿਹਦੇ ਬਾਰੇ ਇਸ ਪਾਰਟ ਨੂੰ ਇੰਪਲੀਮੈਂਟ ਕਰਨ ਦੀ ਸਰਕਾਰ ਤੇ ਕੋਈ ਬਾਉਂਡੇਸ਼ਨ ਨਹੀਂ ਹੁੰਦੀ। ਤਾਂ ਮਤਲਬ ਇਹ ਕਿ ਸ਼ੁਰੂ ਦੇ ਵਿੱਚ ਪੰਚਾਇਤਾਂ ਦਾ ਜ਼ਿਕਰ ਸੰਵਿਧਾਨ ਦੀ ਉਸ ਜਗ੍ਹਾ ਤੇ ਕੀਤਾ ਗਿਆ ਜਿੱਥੇ ਇਹਨੂੰ ਲੈ ਕੇ, ਇਹਦੀ ਕਮਿਟਮੈਂਟ ਨੂੰ ਲੈ ਕੇ ਕੋਈ ਖਾਸ ਗੱਲ ਵੀ ਨਹੀਂ ਸੀਗੀ। ਮੀਨਸ ਜਿੱਥੇ ਇਹ ਕੋਈ ਜ਼ਰੂਰੀ ਨਹੀਂ ਸੀਗਾ ਕਿ ਇਹਨੂੰ ਪੂਰਾ ਕੀਤਾ ਜਾਵੇ ਜਾਂ ਨਾ। ਤਾਂ ਸ਼ੁਰੂ ਦੇ ਵਿੱਚ ਪੰਚਾਇਤਾਂ ਦਾ ਜ਼ਿਕਰ ਆਰਟੀਕਲ 40 'ਚ ਹੋਇਆ, ਜਾਣੀ ਕਿ DPSPs 'ਚ ਹੋਇਆ, ਜਿੱਥੇ ਇਹਦੇ ਪੂਰੇ ਕਰਨ ਨੂੰ ਲੈ ਕੇ, ਕਮਿਟਮੈਂਟ ਨੂੰ ਲੈ ਕੇ ਕੋਈ ਵਚਨਬੱਧਤਾ ਨਹੀਂ ਸੀ ਸਰਕਾਰ ਦੀ। ਕਰ ਵੀ ਸਕਦੀ ਹੈ ਸਰਕਾਰ, ਨਹੀਂ ਵੀ ਕਰ ਸਕਦੀ। ਇਹ DPSPs 'ਚ ਅਸੀਂ ਬਹੁਤ ਚੰਗੀ ਤਰ੍ਹਾਂ ਪੜ੍ਹਦੇ ਹਾਂ। ਅਗਲੀ ਗੱਲ, ਉਸ ਤੋਂ ਬਾਅਦ ਸਮਾਂ ਬਦਲਦਾ ਗਿਆ ਤੇ ਸੰਵਿਧਾਨ ਦੇ ਵਿੱਚ ਇਹਨੂੰ ਲੈ ਕੇ ਆਉਣ ਨੂੰ ਲੈ ਕੇ ਕਾਫੀ ਲੰਮਾ ਸੰਘਰਸ਼ ਹੋਇਆ ਤੇ ਆਖਰ 73ਵੀਂ ਸੰਵਿਧਾਨਕ ਸੋਧ ਜਿਹੜੀ ਕਿ 1992 'ਚ ਹੋਈ ਤੇ ਤਕਰੀਬਨ 24 ਅਪ੍ਰੈਲ ਨੂੰ ਇਹ ਲਾਗੂ ਹੋ ਜਾਂਦੀ ਆ। ਤਾਂ ਉਸ ਦਿਨ, ਜਿਸ ਦਿਨ ਅਸੀਂ ਪੰਚਾਇਤੀ ਰਾਜ ਦਿਵਸ ਵੀ ਮਨਾਉਂਦੇ ਹਾਂ, ਤਾਂ ਉਸ ਦਿਨ ਤੋਂ ਬਾਅਦ ਇਹ ਪੰਚਾਇਤੀ ਰਾਜ ਜਿਹੜਾ ਸੀਗਾ ਉਹ ਸੰਵਿਧਾਨ ਦੇਸ਼ 'ਚ ਲਾਗੂ ਹੋ ਗਿਆ ਤੇ ਇਹਨੂੰ ਵਾਕਈ ਸੰਵਿਧਾਨ ਦੇ ਵਿੱਚ DPSPs ਦੀ ਜ਼ਿੰਮੇਵਾਰੀ, ਛੋਟੀ ਜਿਹੀ ਜ਼ਿੰਮੇਵਾਰੀ ਤੋਂ ਬਾਹਰ ਕੱਢ ਕੇ ਹੁਣ ਸੰਵਿਧਾਨ ਦੇ ਵਿੱਚ ਇੱਕ ਪੂਰੇ ਦਾ ਪੂਰਾ ਇੱਕ ਭਾਗ, ਇੱਕ ਪੂਰੇ ਦਾ ਪੂਰਾ ਪਾਰਟ ਯਾਨੀ ਕਿ ਪਾਰਟ 9 ਆਫ ਦੀ ਕੌਂਸਟੀਟਿਊਸ਼ਨ, ਜਿਹੜਾ ਕਿ ਕਿਸੇ ਸਮੇਂ ਪੁਰਾਣੇ ਸਮੇਂ 'ਚ ਖਾਲੀ ਪਿਆ ਹੋਇਆ ਸੀਗਾ, ਪਾਰਟ 9 ਆਫ ਦੀ ਕੌਂਸਟੀਟਿਊਸ਼ਨ, ਉਹਦੇ 'ਚ ਪੰਚਾਇਤੀ ਰਾਜ ਨੂੰ ਲਿਖ ਦਿੱਤਾ ਗਿਆ। 73ਵੀਂ ਸੰਵਿਧਾਨਕ ਸੋਧ ਤੇ ਇਹ ਜਦੋਂ ਪਾਰਲੀਮੈਂਟ 'ਚੋਂ ਪਾਸ ਹੋਇਆ ਸੀ ਨਾ, ਤੇ ਇਹ 72ਵਾਂ ਬਿੱਲ ਸੀਗਾ। 72nd ਕੌਂਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਸੀਗਾ ਤੇ ਪਾਸ ਹੋਣ ਤੋਂ ਬਾਅਦ 73ਵੀਂ ਸੋਧ ਐਕਟ ਬਣਿਆ।
ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੁੰਦਾ ਹੈ ਕਾਨੂੰਨ ਪਾਸ ਹੋਣ ਤੋਂ ਬਾਅਦ ਤੇ ਬਿੱਲ ਹੁੰਦਾ ਹੈ ਉਸ ਤੋਂ ਪਹਿਲਾਂ। ਪੇਪਰ 'ਚ ਆ ਸਕਦਾ ਹੈ ਕਿ ਇਹ ਬਿੱਲ ਕਿਨਵਾਂ ਸੀ ਤਾਂ 72ਵਾਂ, ਪੇਪਰ 'ਚ ਆ ਸਕਦਾ ਹੈ ਕਿ ਇਹ ਐਕਟ ਕਿਨਵਾਂ ਸੀ ਤਾਂ 73ਵਾਂ। ਕਨਸਟੀਟਿਊਸ਼ਨ ਦੇ ਕਿਹੜੇ ਭਾਗ ਦੇ ਵਿੱਚ ਆ? ਭਾਗ 9 ਦੇ ਵਿੱਚ ਆ। ਠੀਕ ਆ, ਆਰਟੀਕਲ 243 ਤੋਂ ਇਹਦੀ ਸ਼ੁਰੂਆਤ ਹੁੰਦੀ ਆ। ਆ ਜਾਓ ਵੀ ਹੁਣ ਅੱਗੇ ਪੜਾਂਗੇ, ਅੱਗੇ ਬਹੁਤ ਕੁਛ ਇਹਦੇ 'ਚ। ਠੀਕ ਆ, ਕਹਿੰਦੇ ਪੰਚਾਇਤੀ ਰਾਜ ਨੂੰ ਲੈ ਕੇ ਭਾਰਤ 'ਚ ਸਭ ਤੋਂ ਪਹਿਲਾਂ ਸੀਰੀਅਸਨੈਸ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਪੰਚਾਇਤੀ ਰਾਜ ਨੂੰ ਲੈ ਕੇ BR ਅੰਬੇਦਕਰ ਤੇ ਨਹਿਰੂ ਦੇ BR ਅੰਬੇਦਕਰ ਤੇ ਮਹਾਤਮਾ ਗਾਂਧੀ 'ਚ ਟਸਲ ਸੀਗੀ। 1950 ਤੋਂ ਬਾਅਦ BR ਅੰਬੇਦਕਰ ਤੇ ਪੰਡਿਤ ਨਹਿਰੂ ਦੋਵੇਂ ਹੀ ਤਕਰੀਬਨ 1955 ਤੋਂ ਪਹਿਲਾਂ 55-56 ਤੋਂ ਪਹਿਲਾਂ ਪੂਰੀ ਦੁਨੀਆ ਇਸ ਦੁਨੀਆ ਨੂੰ ਛੱਡ ਜਾਂਦੇ ਆ ਤੇ ਉਹਦੇ ਨਾਲ ਹੀ ਇੱਕ ਲੜਾਈ ਭਾਰਤ 'ਚ ਸ਼ੁਰੂ ਹੋ ਜਾਂਦੀ ਆ, ਸੰਘਰਸ਼ ਸ਼ੁਰੂ ਹੋ ਜਾਂਦਾ ਹੈ ਕਿ ਪੰਚਾਇਤੀ ਰਾਜ ਨੂੰ ਨੈਤਿਕ ਜ਼ਿੰਮੇਵਾਰੀਆਂ DPSPs 'ਚੋਂ ਬਾਹਰ ਕੱਢ ਕੇ ਸਪੈਸ਼ਲ ਇੱਕ ਦਰਜਾ ਦਿੱਤਾ ਜਾਵੇ, ਉਹਦੇ ਨਿਯਮ ਕਾਨੂੰਨ ਬਣਾਏ ਜਾਣ ਤੇ ਪੰਚਾਇਤਾਂ ਨੂੰ ਸੰਵਿਧਾਨ ਦੇ ਵਿੱਚ ਬਕਾਇਦਾ ਦਰਜ ਕੀਤਾ ਜਾਵੇ। ਇਹਦੇ ਵਾਸਤੇ ਇੱਕ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ, ਸਪੈਸ਼ਲੀ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਤੇ ਨੈਸ਼ਨਲ ਐਕਸਟੈਂਸ਼ਨ ਸਰਵਿਸ, ਇਹ ਦੋ ਪ੍ਰੋਗਰਾਮ ਉਲੀਕੇ ਗਏ। ਠੀਕ ਆ, ਇਹਨਾਂ ਦੋ ਪ੍ਰੋਗਰਾਮਾਂ ਦਾ ਮਕਸਦ ਸੀਗਾ ਕਿ ਬਈ ਪੰਚਾਇਤੀ ਰਾਜ ਨੂੰ ਕਿਵੇਂ ਪਿੰਡਾਂ ਦੇ ਲੈਵਲ ਤੇ ਲੋਕਾਂ ਲਈ ਮਦਦਗਾਰ ਕੀਤਾ ਜਾ ਸਕਦਾ ਹੈ, ਕੀ ਇਹਨੂੰ ਸੰਵਿਧਾਨ ਦੇ ਵਿੱਚ ਸਪੈਸ਼ਲ ਦਰਜਾ ਦੇਣਾ ਚਾਹੀਦਾ ਹੈ। ਇਹਦੇ ਵਾਸਤੇ ਇੱਕ ਕਮੇਟੀ ਵੀ ਬਣਦੀ ਆ, ਉਸ ਕਮੇਟੀ ਦਾ ਨਾਮ ਸੀ ਬਲਵੰਤ ਰਾਏ ਮਹਿਤਾ ਕਮੇਟੀ। ਬਲਵੰਤ ਰਾਏ ਮਹਿਤਾ ਕਮੇਟੀ ਜਿਹੜੀ ਆ ਉਹਦੀਆਂ ਰਿਕਮੈਂਡੇਸ਼ਨਸ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਸੀ। ਉਸ ਕਮੇਟੀ ਨੇ ਨਵੰਬਰ 1957 ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕੀਤੀ ਤੇ ਕਿਹਾ ਕਿ ਸਾਨੂੰ ਇੱਕ ਲੋਕਤੰਤਰਿਕ ਡੀਸੈਂਟਰਲਾਈਜ਼ਡ ਸਿਸਟਮ ਦੀ ਲੋੜ ਆ। ਡੀਸੈਂਟਰਲਾਈਜ਼ਡ ਦਾ ਮਤਲਬ ਆ ਕਿ ਪਾਵਰਾਂ ਸਿਰਫ ਕੇਂਦਰ ਦੇ ਪੱਧਰ ਤੇ ਨਹੀਂ, ਕੇਂਦਰ ਤੋਂ ਪਾਵਰਾਂ ਸੂਬਿਆਂ ਨੂੰ, ਸਟੇਟਸ ਨੂੰ, ਤੇ ਸਟੇਟਸ ਤੋਂ ਪਾਵਰਾਂ ਜ਼ਿਲ੍ਹੇ ਪੱਧਰ ਤੇ ਜ਼ਿਲ੍ਹੇ ਪੱਧਰ ਤੋਂ ਪੰਚਾਇਤਾਂ ਦੇ ਪੱਧਰ ਤੇ ਜਾਣੀਆਂ ਚਾਹੀਦੀਆਂ। ਦਿਸ ਇਜ਼ ਕਾਲਡ ਡੀਸੈਂਟਰਲਾਈਜੇਸ਼ਨ। ਜਦੋਂ ਪਾਵਰਾਂ ਇੱਕੋ ਧੁਰੇ ਤੋਂ, ਇੱਕੋ ਸੈਂਟਰ ਤੋਂ, ਇੱਕੋ ਪੋਲ ਤੋਂ ਚੱਲਣ ਉਹਨੂੰ ਕਹਿੰਦੇ ਆ ਸੈਂਟਰਲਾਈਜੇਸ਼ਨ। ਤਾਂ ਇਸ ਸੰਸਥਾ ਦੁਆਰਾ ਇਸ ਕਮੇਟੀ ਦੁਆਰਾ ਪੰਚਾਇਤੀ ਰਾਜ ਦੇ 3 ਟਾਇਰ ਸਿਸਟਮ ਦੀ ਗੱਲ ਕੀਤੀ ਗਈ। 3 ਟਾਇਰ ਸਿਸਟਮ ਦਾ ਮਤਲਬ ਇਹ ਆ ਕਿ ਉਹ ਕਹਿੰਦਾ ਸੀ ਕਿ ਪੰਚਾਇਤੀ ਰਾਜ ਆਪਣੇ ਆਪ ਦੇ ਵਿੱਚ 3 ਟਾਇਰ 'ਚ ਕੰਮ ਕਰੂਗਾ। ਇੱਕ ਪਿੰਡ ਦੇ ਲੈਵਲ ਤੇ ਗ੍ਰਾਮ ਪੰਚਾਇਤ ਹੋਊਗੀ, ਇੱਕ ਬਲਾਕ ਲੈਵਲ ਤੇ ਪੰਚਾਇਤ ਸਮਿਤੀ ਕਹਿ ਲਓ ਜਾਂ ਬਲਾਕ ਸਮਿਤੀ ਕਹਿ ਲਓ, ਇੱਕ ਜ਼ਿਲ੍ਹੇ ਲੈਵਲ ਤੇ ਜ਼ਿਲ੍ਹਾ ਪਰਿਸ਼ਦ। ਪੰਚਾਇਤੀ ਰਾਜ ਦਾ ਢਾਂਚਾ 3 ਲੈਵਲ ਤੇ ਕੰਮ ਕਰੂਗਾ, ਜ਼ਿਲ੍ਹੇ ਪੱਧਰ ਤੇ, ਬਲਾਕ ਪੱਧਰ ਤੇ ਪਿੰਡ ਦੇ ਪੱਧਰ ਤੇ। ਇਹਨੂੰ ਕਹਿੰਦੇ ਆ 3 ਟਾਇਰ ਸਿਸਟਮ। ਇਹਨੇ ਹੋਰ ਵੀ ਗੱਲ ਕਹੀ, ਕਹਿੰਦੇ ਪਿੰਡ ਦੀ ਪੰਚਾਇਤ ਜਿਹੜੀ ਆ ਉਹ ਡਾਇਰੈਕਟਲੀ ਚੁਣੀ ਜਾਣੀ ਚਾਹੀਦੀ ਆ। ਠੀਕ ਆ, ਬਟ ਜਿਹੜੀ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਆ ਉਹਨੂੰ ਇਨਡਾਇਰੈਕਟ ਚੋਣਾਂ ਨਾਲ, ਜਿਹੜੇ ਲੋਕ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਬਣ ਗਏ ਉਹ ਅੱਗੇ ਆਪੇ ਬਲਾਕ ਸਮਿਤੀ ਤੇ ਬਲਾਕ ਸਮਿਤੀ ਵਾਲੇ ਆਪੇ ਅੱਗੇ ਜ਼ਿਲ੍ਹਾ ਪਰਿਸ਼ਦ ਚੁਣ ਲੈਣਗੇ। ਇਹ ਉਹਦੀਆਂ ਰਿਕਮੈਂਡੇਸ਼ਨ ਸੀ, ਉਹਦੀਆਂ ਸਿਫਾਰਸ਼ਾਂ ਸੀਗੀਆਂ। ਇਸ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਜਿਹੜੀ ਉਸ ਟਾਈਮ ਸਾਡੀ NDC ਸੀ, ਵਟ ਇਜ਼ NDC, ਨੈਸ਼ਨਲ ਡਿਵੈਲਪਮੈਂਟ ਕਾਉਂਸਲ। ਨੈਸ਼ਨਲ ਡਿਵੈਲਪਮੈਂਟ ਕਾਉਂਸਲ ਇੱਕ ਅਜਿਹੀ ਸੰਸਥਾ ਹੈ ਜਿਸ ਦਾ ਨਿਰਮਾਣ 1952 'ਚ ਭਾਰਤ ਦੇ ਵਿਕਾਸ ਲਈ ਕੀਤਾ ਗਿਆ ਤੇ NDC ਦਾ ਪ੍ਰਧਾਨ ਹਮੇਸ਼ਾ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਸੀ। ਮੋਦੀ ਨੇ ਆ ਕੇ NDC ਤੇ ਪਲੈਨਿੰਗ ਕਮਿਸ਼ਨ ਦੋਵੇਂ ਖਤਮ ਕਰਤੇ। ਠੀਕ ਆ, ਪੰਚਾਇਤ ਸਮਿਤੀ ਜਿਹੜੀ ਸੀਗੀ ਜਾਣੀ ਕਿ ਬਲਾਕ ਪੱਧਰ ਤੇ ਜਿਹੜੀ ਸੀ ਉਹਨੂੰ ਕਿਹਾ ਕਿ ਇਹ ਕਾਰਜਕਾਰੀ ਸਮਿਤੀ ਹੋਊਗੀ, ਕੰਮ ਇਹ ਕਰਿਆ ਕਰੂਗੀ, ਤੇ ਜ਼ਿਲ੍ਹਾ ਪਰਿਸ਼ਦ ਸਿਰਫ ਉੱਪਰੋਂ ਨਿਗਰਾਨੀ ਕਰਿਆ ਕਰੂਗੀ ਤੇ ਕੰਮ ਹੋਇਆ ਕਰਨਗੇ ਗ੍ਰਾਮ ਪੰਚਾਇਤ ਦੇ ਲੈਵਲ ਤੇ। ਗ੍ਰਾਮ ਲੈਵਲ ਤੇ ਪੰਚਾਇਤ ਤੇ ਕੰਮ ਹੋਇਆ ਕਰਨਗੇ। ਬਲਾਕ ਸਮਿਤੀ ਜਾਣੀ ਕਿ ਪੰਚਾਇਤ ਸਮਿਤੀ ਜਿਹੜੀ ਬਲਾਕ ਦੇ ਲੈਵਲ ਤੇ ਆ ਉਹ ਸਾਰੇ ਕੰਮਾਂ ਨੂੰ ਨਿਗਰਾਨੀ ਰੱਖ ਕੇ ਕਰਵਾਇਆ ਕਰੂਗੀ ਤੇ ਜ਼ਿਲ੍ਹਾ ਪਰਿਸ਼ਦ ਉਹਦੇ ਤੇ ਨਿਗਰਾਨੀ ਕਰਿਆ ਕਰੂਗੀ। ਇਹ ਉਹਦਾ ਸਾਰਾ ਸਿਸਟਮ ਸੀਗਾ। ਤੇ ਜ਼ਿਲ੍ਹਾ ਪਰਿਸ਼ਦ ਦਾ ਪ੍ਰਧਾਨ ਹੋਇਆ ਕਰੂਗਾ ਜਿਹੜਾ ਵੀ ਉਸ ਜ਼ਿਲ੍ਹੇ ਦਾ DC ਆ। ਠੀਕ ਆ, ਤਾਂ ਇਹਦੀਆਂ ਰਿਕਮੈਂਡੇਸ਼ਨਸ ਜਿਹੜੀਆਂ ਸੀਗੀਆਂ ਇਹਨੂੰ 1958 'ਚ ਮੰਨ ਲਿਆ ਗਿਆ। ਪਰ ਪ੍ਰੋਬਲਮ ਇਹ ਸੀਗੀ ਕਿ ਇਹਦੀਆਂ ਰਿਕਮੈਂਡੇਸ਼ਨਸ ਨੂੰ ਮੰਨਣ ਤੋਂ ਬਾਅਦ ਪੰਚਾਇਤਾਂ ਜਿਹੜੀਆਂ ਸੀ ਉਹਨਾਂ ਤੇ ਇੱਕੋ ਦਮ ਕੰਮ ਨਹੀਂ ਸ਼ੁਰੂ ਹੋਇਆ, ਬਿਕੋਜ਼ ਪੰਚਾਇਤਾਂ ਦਾ ਜ਼ਿਕਰ ਸੰਵਿਧਾਨ 'ਚ ਕਿਤੇ ਨਹੀਂ ਸੀ। ਤੇ ਜਿਹੜੀ ਚੀਜ਼ ਦਾ ਜ਼ਿਕਰ ਸੰਵਿਧਾਨ 'ਚ ਨਾ ਹੋਵੇ ਉਹਨੂੰ ਲੈ ਕੇ, ਜਿਹੜੀ ਚੀਜ਼ ਦਾ ਜ਼ਿਕਰ ਹੀ ਸੰਵਿਧਾਨ 'ਚ ਨਾ ਹੋਵੇ ਉਹਨੂੰ ਲੈ ਕੇ ਸੈਂਟਰ ਸਰਕਾਰ ਕੋਈ ਕਾਨੂੰਨ ਪਾਸ ਹੀ ਨਹੀਂ ਕਰ ਸਕਦੀ, ਕਿਉਂਕਿ ਕਨਸਟੀਟਿਊਸ਼ਨ 'ਚ ਕਿਤੇ ਨਹੀਂ ਸੀ ਲਿਖਿਆ ਕਿ ਪੰਚਾਇਤਾਂ ਨੂੰ ਲੈ ਕੇ ਜੇ ਕੱਲ ਨੂੰ ਕੋਈ ਕਾਨੂੰਨ ਬਣਾਉਣਾ ਵੀ ਆ ਤਾਂ ਕੇਂਦਰ ਸਰਕਾਰ ਬਣਾਊਗੀ ਜਾਂ ਕੇਂਦਰ ਦੀ ਪਾਰਲੀਮੈਂਟ ਬਣਾਊਗੀ। ਇਸ ਕਰਕੇ ਕੋਈ ਵੀ ਸਿਰਫ ਉਹਦੀਆਂ ਰਿਕਮੈਂਡੇਸ਼ਨਸ ਨੂੰ ਸੈਂਟਰ ਸਰਕਾਰ ਨੇ ਵੀ ਪੜ੍ਹਿਆ ਤੇ ਸਟੇਟਾਂ ਨੇ ਵੀ ਪੜ੍ਹਿਆ ਤੇ ਸਾਰੀਆਂ ਸਟੇਟ ਗਵਰਨਮੈਂਟ ਨੇ ਉਹਨਾਂ ਰਿਕਮੈਂਡੇਸ਼ਨਸ, ਉਹਨਾਂ ਸਿਫਾਰਸ਼ਾਂ ਦੇ ਆਧਾਰ ਤੇ ਆਪੋ ਆਪਣੀ ਸਟੇਟ ਦੇ ਵਿੱਚ ਪੰਚਾਇਤਾਂ ਤੇ ਕੰਮ ਸ਼ੁਰੂ ਕਰਤਾ। ਰਾਜਸਥਾਨ ਉਹ ਪਹਿਲੀ ਸਟੇਟ ਸੀ ਜਿੱਥੇ ਨਗੌਰ ਜ਼ਿਲ੍ਹਾ ਜਿਹੜਾ ਸੀਗਾ ਉੱਥੋਂ ਇਹ ਐਕਸਪੈਰੀਮੈਂਟ ਸ਼ੁਰੂ ਕੀਤਾ
ਕੀਤਾ ਗਿਆ। ਰਾਜਸਥਾਨ ਤੋਂ ਬਾਅਦ ਆਂਧਰਾ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਤੋਂ ਬਾਅਦ ਹੋਰ ਕਈ ਸਟੇਟਸ ਨੇ ਇਹ ਸਿਸਟਮ ਸ਼ੁਰੂ ਕੀਤਾ। ਰਾਜਸਥਾਨ ਦੇ ਨਗੌਰ ਜ਼ਿਲ੍ਹੇ 'ਚ ਸਭ ਤੋਂ ਪਹਿਲਾਂ ਐਕਸਪੈਰੀਮੈਂਟਲ ਪਰਪਸ ਵਾਸਤੇ 2 ਅਕਤੂਬਰ ਨੂੰ ਪਹਿਲੇ ਜ਼ਿਲ੍ਹੇ ਨੂੰ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਯੂਜ਼ ਕੀਤਾ ਗਿਆ ਤੇ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਚਾਇਤੀ ਰਾਜ ਸਿਸਟਮ ਸਹੀ ਹੈ ਕਿ ਨਹੀਂ। ਇਸ ਤੋਂ ਬਾਅਦ ਪੰਚਾਇਤੀ ਰਾਜ ਸਿਸਟਮ ਕਈ ਸਟੇਟਾਂ 'ਚ ਆ ਗਿਆ, ਬਟ ਸਾਰੀਆਂ ਸਟੇਟਾਂ ਨੇ ਆਪੋ ਆਪਣੇ ਹਿਸਾਬ ਨਾਲ ਪੰਚਾਇਤੀ ਰਾਜ ਅਡਾਪਟ ਕਰਿਆ। ਕਿਸੇ ਸਟੇਟ ਨੂੰ ਤਾਂ 3 ਟਾਇਰ ਸਿਸਟਮ ਵਧੀਆ ਲੱਗਿਆ, ਕਈ ਸਟੇਟਾਂ ਨੂੰ 2 ਟਾਇਰ। ਉਹਨਾਂ ਨੇ ਇੱਕ ਪਿੰਡ ਦੀ ਪੰਚਾਇਤ ਦੀ ਬਜਾਏ 4-5 ਪਿੰਡਾਂ ਦਾ ਮੰਡਲ ਬਣਾ ਲਿਆ ਤੇ ਉੱਪਰ ਜ਼ਿਲ੍ਹਾ, ਮੀਨਸ ਗ੍ਰਾਮ ਪੰਚਾਇਤ ਵੀ ਖਤਮ ਕਰਤੀ ਤੇ ਪੰਚਾਇਤ ਸਮਿਤੀ ਯਾਨੀ ਕਿ ਬਲਾਕ ਲੈਵਲ ਵੀ ਖਤਮ ਕਰਤਾ, ਵਿੱਚ ਵਿਚਾਲੇ ਜਿਹੇ ਵਾਲਾ ਸਿਸਟਮ ਚੱਕ ਲਿਆ। ਕਈ ਸਟੇਟਾਂ ਨੇ 2 ਟਾਇਰ ਸਿਸਟਮ, ਕਈ ਸਟੇਟਾਂ ਨੇ 4 ਟਾਇਰ ਸਿਸਟਮ, ਕਈ ਸਟੇਟਾਂ ਨੇ 3 ਟਾਇਰ ਸਿਸਟਮ ਅਡਾਪਟ ਕਰ ਲਿਆ। ਸੋ ਪੰਚਾਇਤੀ ਰਾਜ ਨੂੰ ਲੈ ਕੇ ਕੋਈ ਠੋਸ ਫੈਸਲਾ ਬਲਵੰਤ ਰਾਏ ਮਹਿਤਾ ਕਮੇਟੀ ਤੇ ਨਹੀਂ ਹੋਇਆ। ਉਸ ਤੋਂ ਬਾਅਦ ਦੇਸ਼ 1960 ਤੋਂ ਲੈ ਕੇ 70 ਤੱਕ ਆਪ ਹੀ ਉਲਝਦਾ ਸੀ। 1962 'ਚ ਚਾਈਨਾ ਨਾਲ ਲੜਾਈ, 65 'ਚ ਪਾਕਿਸਤਾਨ ਨਾਲ ਲੜਾਈ, 64 ਦੇ ਵਿੱਚ ਨਹਿਰੂ ਜੀ ਦੀ ਡੈਥ, 65 ਦੇ ਵਿੱਚ ਪਾਕਿਸਤਾਨ ਨਾਲ ਲੜਾਈ, 66 ਦੇ ਵਿੱਚ 66 ਦੇ ਵਿੱਚ ਸ਼ਾਸਤਰੀ ਜੀ ਦੀ ਮੌਤ, ਫਿਰ ਉਸ ਤੋਂ ਅਗਲੇ ਸਾਲ ਅਕਾਲ, ਉਸ ਤੋਂ ਅਗਲੇ ਸਾਲ ਇੰਦਰਾ ਗਾਂਧੀ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਇਲੈਕਸ਼ਨ ਜਿੱਤਿਆ 67 ਵਾਲੇ। 69 'ਚ ਇੰਦਰਾ ਗਾਂਧੀ ਨੂੰ ਕਾਂਗਰਸ 'ਚੋਂ ਕੱਢ ਦਿੱਤਾ ਗਿਆ। 70 'ਚ ਦੁਬਾਰਾ ਫਿਰ ਚੋਣਾਂ ਹੋ ਕੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਆ। 70 'ਚ ਜਾ ਕੇ 71 'ਚ ਪਾਕਿਸਤਾਨ ਨਾਲ ਲੜਾਈ, ਫਿਰ ਉਸ ਤੋਂ ਬਾਅਦ 75 'ਚ ਇੰਦਰਾ ਗਾਂਧੀ ਐਮਰਜੈਂਸੀ ਲਾ ਦਿੰਦੀ ਹੈ ਤੇ 77 ਦੇ ਵਿੱਚ ਨਵੀਂ ਸਰਕਾਰ, ਗੈਰ ਕਾਂਗਰਸੀ ਸਰਕਾਰ, ਨੌਨ ਕਾਂਗਰਸੀ ਸਰਕਾਰ ਮੁਰਾਰਜੀ ਦੇਸਾਈ ਦੇ ਅੰਡਰ ਬਣਦੀ ਹੈ। 77 'ਚ ਆ ਕੇ ਜਦੋਂ ਮੁਰਾਰਜੀ ਦੇਸਾਈ ਦੀ ਸਰਕਾਰ ਬਣਦੀ ਆ, ਉਹ ਦੁਬਾਰਾ ਫਿਰ ਇੱਕ ਕਮੇਟੀ ਦਾ ਨਿਰਮਾਣ ਕਰਦੀ ਆ। ਉਹ ਸਰਕਾਰ ਸੀਗੀ ਜਨਤਾ ਪਾਰਟੀ ਦੀ ਸਰਕਾਰ। ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਸੀ। ਉਹ ਇੱਕ MP ਅਸ਼ੋਕ ਮਹਿਤਾ ਦੇ ਅੰਡਰ ਇੱਕ ਕਮੇਟੀ ਬਣਾਉਂਦੇ ਆ ਜਿਹਨੂੰ ਕਹਿੰਦੇ ਆ ਅਸ਼ੋਕ ਮਹਿਤਾ ਕਮੇਟੀ। ਇਹ ਕਮੇਟੀ 1978 'ਚ ਆਪਣੀ ਰਿਕਮੈਂਡੇਸ਼ਨਸ ਦਿੰਦੀ ਆ। ਇਹ ਕਮੇਟੀ ਕਹਿੰਦੀ ਆ ਕਿ 3 ਟਾਇਰ ਦੀ ਜਗ੍ਹਾ ਤੇ 2 ਟਾਇਰ ਸਿਸਟਮ ਹੋਣਾ ਚਾਹੀਦਾ ਹੈ। ਇੱਕ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪਰਿਸ਼ਦ ਹੋਣੀ ਚਾਹੀਦੀ ਆ ਤੇ ਉਸ ਤੋਂ ਥੱਲੇ ਪਿੰਡਾਂ ਤੋਂ ਉੱਪਰ 4-5 ਪਿੰਡਾਂ ਤੋਂ ਤੇ ਬਲਾਕ ਤੋਂ ਥੱਲੇ ਵਿੱਚ ਜੇ ਇੱਕ ਮੰਡਲ ਪੰਚਾਇਤ ਹੋਣੀ ਚਾਹੀਦੀ ਹੈ ਜਿਹਦੇ 'ਚ 5-7 ਪਿੰਡਾਂ ਦਾ ਗਰੁੱਪ ਹੋਵੇ। ਜਿਵੇਂ ਬਲਾਕ 'ਚ ਤਾਂ 20 ਪਿੰਡ ਹੁੰਦੇ ਆ ਤੇ ਗ੍ਰਾਮ ਪੰਚਾਇਤ 'ਚ 1 ਪਿੰਡ। ਇਹ ਕਹਿੰਦੇ ਵਿੱਚ ਵਿਚਾਲਾ ਜਾ ਹੋ ਜੇ, ਮੰਡਲ ਪੰਚਾਇਤ ਬਣ ਜੇ ਜਿੱਥੇ 4-5 ਪਿੰਡ ਹੋਣ। ਜ਼ਿਲ੍ਹਾ ਪਰਿਸ਼ਦ ਨੂੰ ਸਾਰੀਆਂ ਤਾਕਤਾਂ ਦਿੱਤੀਆਂ ਜਾਣ ਕਿ ਉਹ ਐਗਜ਼ੈਕਟਿਵ ਕੰਮ ਕਰੇ ਤੇ ਜ਼ਿਲ੍ਹੇ ਪੱਧਰ ਤੇ ਹੀ ਸਾਰੀ ਪਲੈਨਿੰਗ ਹੋਇਆ ਕਰੇ। ਇਹਦੇ ਨਾਲ ਨਾਲ ਇੱਕ ਨਿਆਂ ਪੰਚਾਇਤ ਵੀ ਹੋਣੀ ਚਾਹੀਦੀ ਹੈ ਜਿਹੜੀ ਕਿ ਇੱਕ ਸੈਪਰੇਟ ਬਾਡੀ ਹੋਊਗੀ ਡਿਵੈਲਪਮੈਂਟ ਤੋਂ, ਠੀਕ ਆ। ਉਹਦੀ ਨਿਆਂ ਪੰਚਾਇਤ ਦੀ ਜ਼ਿੰਮੇਵਾਰੀ ਇੱਕ ਜੱਜ ਦੇ ਹੱਥ 'ਚ ਹੋਵੇ। ਮੀਨਸ ਪਿੰਡਾਂ ਦੇ ਲੈਵਲ ਤੇ ਛੋਟੇ-ਮੋਟੇ ਸਿਵਲ ਕ੍ਰਿਮੀਨਲ ਪਰਚੇ, ਫੌਜਦਾਰੀ ਪਰਚੇ ਜਿਹੜੇ ਛੋਟੇ ਲੈਵਲ ਤੇ ਆ ਉਹ ਉੱਥੇ ਹੀ ਸੈਟਲ ਕਰ ਦਿੱਤੇ ਜਾਣ, ਠੀਕ ਆ। ST SC ਦੀਆਂ ਸੀਟਸ ਜਿਹੜੀਆਂ ਨੇ ਉਹਨਾਂ ਦੀ ਪੋਪੂਲੇਸ਼ਨ ਦੇ ਅਕੋਰਡਿੰਗ ਰਿਜ਼ਰਵ ਹੋਣ ਕਿ ਬਈ ਜਿੰਨੇ ਆ, ਠੀਕ ਆ। ਜਿਹੜਾ ਵੀ ਪੰਚਾਇਤੀ ਰਾਜ ਦਾ ਮਿਨਿਸਟਰ ਆ, ਜਿਹੜਾ ਵੀ ਪੰਚਾਇਤੀ ਰਾਜ ਮਹਿਕਮੇ ਦਾ ਮੰਤਰੀ ਆ, ਠੀਕ ਆ, ਉਹ ਸਟੇਟ ਕਾਉਂਸਲ ਆਫ ਮਿਨਿਸਟਰਸ ਦੇ ਵਿੱਚ ਹੋਣਾ ਚਾਹੀਦਾ ਹੈ। ਮਤਲਬ ਇੱਕ ਪੰਚਾਇਤੀ ਰਾਜ ਮਹਿਕਮਾ ਸਟੇਟਾਂ ਨੂੰ ਕ੍ਰੀਏਟ ਕਰਨਾ ਪਊਗਾ, ਠੀਕ ਆ। ਤਾਂ ਕੁੱਲ ਮਿਲਾ ਕੇ ਇੱਕ ਗੱਲ ਬੜੀ ਕਲੀਅਰ ਹੋ ਗਈ ਕਿ ਅਗਲੇ ਸਾਲ 78 ਦੇ ਵਿੱਚ ਜਦੋਂ ਮੁਰਾਰਜੀ ਦੇਸਾਈ ਦੀ ਸਰਕਾਰ 1-1.5 ਸਾਲ ਬਾਅਦ ਖਿਸਕ ਜਾਂਦੀ ਆ ਤਾਂ ਅਸ਼ੋਕ ਮਹਿਤਾ ਦੀ ਕਮੇਟੀ ਦੀ ਆਈ ਹੋਈ ਰਿਪੋਰਟ ਜਾਂ ਉਹਦੀਆਂ ਆਈਆਂ ਹੋਈਆਂ ਸਿਫਾਰਿਸ਼ਾਂ ਕਿਸੇ ਕੰਮ ਦੀਆਂ ਨਹੀਂ ਰਹਿ ਜਾਂਦੀਆਂ ਡਿਊ ਟੂ ਕਲੈਪਸ ਆਫ ਜਨਤਾ ਗਵਰਨਮੈਂਟ ਤੇ ਟਰਮ ਤੋਂ ਪਹਿਲਾਂ ਹੀ ਖਤਮ ਹੋਣ ਕਰਕੇ ਨੋ ਐਕਸ਼ਨ ਕੁਡ ਬੀ ਟੇਕਨ ਔਨ ਦਿਸ ਰਿਕਮੈਂਡੇਸ਼ਨ ਆਫ ਦਿਸ ਰਿਪੋਰਟ। ਇਸ ਰਿਪੋਰਟ ਦੀਆਂ ਸਿਫਾਰਿਸ਼ਾਂ ਤੇ ਕੋਈ ਫੈਸਲਾ ਨਹੀਂ ਹੁੰਦਾ। ਇਹ ਕਮੇਟੀ ਰਿਪੋਰਟ ਜਿਹੜੀ ਆ ਇਹ ਪਹਿਲੀ ਕਮੇਟੀ ਨਾਲੋਂ ਉਹ ਕਹਿੰਦੀ ਸੀ ਕਿ ਬਲਾਕ ਲੈਵਲ ਤੇ ਕੰਮ, ਇਹ ਕਹਿੰਦੀ ਹੈ ਜ਼ਿਲ੍ਹਾ ਪਰਿਸ਼ਦ ਦੇ ਕੰਮ। ਉਹ ਕਹਿੰਦੀ ਹੈ 3 ਟਾਇਰ ਸਿਸਟਮ, ਇਹ ਕਹਿੰਦੀ ਹੈ 2 ਟਾਇਰ ਸਿਸਟਮ। ਇਹ ਕਹਿੰਦੇ ਆ ਕਿ ਬਲਾਕ ਲੈਵਲ ਤੇ ਅਫਸਰ ਨੂੰ ਪਾਵਰ ਦੇਣੀ ਚਾਹੀਦੀ ਆ, ਉਹ ਕਹਿੰਦੇ ਜ਼ਿਲ੍ਹਾ ਲੈਵਲ ਤੇ ਅਫਸਰ ਨੂੰ ਪਾਵਰ ਦੇਣੀ ਚਾਹੀਦੀ ਹੈ। ਇਹਦੇ 'ਚ ਗੱਲਾਂ ਹੋਰ ਵੀ ਕੀਆਂ, ST SC ਦੀਆਂ ਸੀਟਸ ਰਿਜ਼ਰਵ ਹੋਣੀਆਂ ਚਾਹੀਦੀਆਂ, ਠੀਕ ਆ। ਤਾਂ ਇਹ ਕੁਝ ਸਿਫਾਰਿਸ਼ਾਂ ਸੀਗੀਆਂ ਮਹਿਤਾ ਕਮੇਟੀ ਦੀਆਂ। ਖੈਰ ਸਭ ਕੁਝ ਠੰਡੇ ਬਸਤੇ 'ਚ ਪੈ ਗਿਆ। ਉਸ ਤੋਂ ਬਾਅਦ 1980 'ਚ ਦੁਬਾਰਾ ਫਿਰ ਇੰਦਰਾ ਗਾਂਧੀ ਦੀ ਸਰਕਾਰ ਆ ਗਈ। 80 ਤੋਂ ਲੈ ਕੇ 85 ਤੱਕ ਇੰਦਰਾ ਗਾਂਧੀ ਹੋਰ ਬੜੇ ਮੈਟਰਾਂ 'ਚ ਉਲਝੀ ਰਹੀ। 84 'ਚ ਅਸੈਸੀਨੇਸ਼ਨ ਤੋਂ ਬਾਅਦ ਰਾਜੀਵ ਗਾਂਧੀ ਦੀ ਸਰਕਾਰ। ਰਾਜੀਵ ਗਾਂਧੀ ਦੀ ਸਰਕਾਰ ਇੱਕ ਬੜੀ ਸਟੇਬਲ ਗਵਰਨਮੈਂਟ ਸੀ ਬਿਕੋਜ਼ ਬਹੁਤ ਸਾਰੀਆਂ ਸੀਟਾਂ 400+ ਸੀਟਾਂ ਜਿੱਤ ਕੇ ਆਈ ਸੀ ਇੰਦਰਾ ਗਾਂਧੀ, ਉਹ ਕਾਂਗਰਸ ਦੀ ਸਰਕਾਰ ਇੰਦਰਾ ਗਾਂਧੀ ਦੀ ਡੈਥ ਤੋਂ ਬਾਅਦ। ਤਾਂ ਉਹਨਾਂ ਨੇ ਫਿਰ ਦੁਬਾਰਾ ਆ ਕੇ 1985 'ਚ ਇੱਕ ਕਮੇਟੀ ਬਣਾਈ ਸੀ GVK ਰਾਓ ਕਮੇਟੀ। GVK ਰਾਓ ਕਮੇਟੀ ਜਿਹੜੀ ਸੀ ਬੇਸਿਕਲੀ ਉਹ ਬਣਾਈ ਤਾਂ ਗਈ ਸੀ ਗਰੀਬੀ ਖਤਮ ਕਰਨ ਵਾਸਤੇ। ਤਾਂ ਉਹਦੇ 'ਚ ਪੰਚਾਇਤੀ ਰਾਜ ਬਾਰੇ ਵੀ ਬਹੁਤ ਕੁਝ ਕਿਹਾ ਗਿਆ। ਉਹਨਾਂ ਨੇ ਕੀ ਕਿਹਾ ਕਿ ਪੰਚਾਇਤੀ ਰਾਜ 'ਚ ਜ਼ਿਲ੍ਹਾ ਪਰਿਸ਼ਦ ਦੀ ਜ਼ਿੰਮੇਵਾਰੀ ਜ਼ਿਆਦਾ ਹੋਣੀ ਚਾਹੀਦੀ ਆ। ਪਹਿਲੀ ਗੱਲ, ਕਮੇਟੀ ਦੀਆਂ ਰਿਪੋਰਟਾਂ ਬਹੁਤ ਇੰਪੋਰਟੈਂਟ ਆ। ਇਹਨਾਂ ਪੰਚਾਇਤਾਂ ਵਾਸਤੇ ਇਲੈਕਸ਼ਨ ਹਰ 5 ਸਾਲ ਬਾਅਦ ਹੋਣੇ ਚਾਹੀਦੇ ਆ। ਦੂਸਰੀ ਗੱਲ,
तीसरी गल उन्होंने कहा कि GVK राव कमेटी जिहड़ी सीगी उस तो बाद उन्हें ये भी कहा कि थोड़ियां जिहियां रिकमेंडेशनस उहदियां पुराणियां कमेटी दीयां रिपोर्टां तो अड्ड सी। इस तो पहलां भी एक रिपोर्ट हनुमंत राव कमेटी बनी सी, ठीक है, उन्हें भी डिस्ट्रिक्ट प्लैनिंग वास्ते कुछ प्रोजैक्ट दिते सीगे, डिस्ट्रिक्ट प्लैनिंग कमेटी होनी चाहिए है फलां फलां, ठीक है, वो सारियां इग्नोर कर दित्तियां गईयां। तां कुल मिला के जे कोई ये गल कवे, ठीक है, कि बई किहड़ियां किहड़ियां कमेटीज़ सीगियां, सब तो पहलां बलवंत राय मेहता कमेटी, फिर अशोक मेहता कमेटी, फिर हनुमंत राव कमेटी, उस तो बाद GVK राव कमेटी विच एक कमेटी होर बनी सी दंतावाला कमेटी ऑन ब्लॉक लैवल पंचायत। ये ब्लॉक लैवल की प्लैनिंग वास्ते बनी सी ते हनुमंत राव कमेटी डिस्ट्रिक्ट लैवल की प्लैनिंग वास्ते बनी सी। ते इन्हां दोवां कमेटीज़ चों थोड़ी थोड़ी डिफर होने करके फिर फाइनली इस एक तिन्ने कमेटियां की एक क्रक्स जिहड़ी सीगी वो सी डिसेंट्रलाइज्ड प्लैनिंग। मीनस पिंडां नूं पावर मिलनी चाहिए है। डिसेंट्रलाइज का मतलब ये होंदा है कि पावर जिहड़ी आ वो एक सेंटर ते यूज़ ना होवे, उहनूं डिसेंट्रलाइज किया जाए, ठीक है, पिंडां दे पंचायतां तक पावर जानी चाहिए है। तां उस तो बाद इहदे च साफ लिखिया सी कि पंचायती राज जिहड़े है ना, पंचायतां ने जिहड़ियां जां लोअर लैवल का जिहड़ा सिस्टम आ, जिले लैवल का, ब्लॉक लैवल का, पिंड लैवल का, इन्हां नूं इंपॉर्टेंट रोल मिलना चाहिए है, बिकॉज ये अपने पिंडां दे काम आप करन। जिले लैवल ते DC बैठा किवें तय कर सकता है कि एक पिंड च किहड़े काम होण वाले आ जां किहड़े नहीं, तां सरपंचां दे हत्थ च पावरां होणीआं चाहीदियां। सो ये गल सी। इहदे च एक गल होर भी कही गई कि एक डिस्ट्रिक्ट डिवेलपमेंट कमिश्नर की पोस्ट क्रिएट की जाए, जिहड़ा कि जिला परिषद का CEO होगा, ठीक है, तो डिवेलपमेंट के कार्य जो देखूगा। विच जे ये भी गल हुई कि जिहड़ा आए डिस्ट्रिक्ट डिवेलपमेंट कमिश्नर ये DC नूं ला दिता जाए, पर DC एक कलैक्टर भी आ, DC एक एडमिनिस्ट्रेटर भी है जिले का, DC एक डिस्ट्रिक्ट मैजिस्ट्रेट भी आ, उहदे नाल नाल वो किन्ने क काम करूगा, वो एक डिवेलपमेंट कमिश्नर भी बन गया, वो तो फिर सारे पासे देखदा फिरूगा। तां कहा गया कि इस तरीके नाल किया जाए। खैर इस कमेटी दीयां रिकमेंडेशनस तो बाद राजीव गांधी के बड़े खास फ्रेंड LM सिंघवी की रिपोर्ट आती है, जिन्हों की रिपोर्ट काफ़ी ज़्यादा मिलती है, जिहड़ी नूं अगे फाइनल टच दिता जाऊगा, ठीक है। इन्होंने कहा कि एक जुडिशियल पंचायत भी होनी चाहिए है, न्याय पंचायत, कि पिंडां दे लैवल ते जुडिशरी, ठीक है, न्याय ग्राम आपां नहीं पढ़ते हुण कि जिहड़ियां न्याय पंचायत जिहड़ियां 2008 तो बाद बणीआं, वो असल दे विच बहुत पुरानी सिफारिश सीगी अपनियां LM सिंघवी कमेटी ते इस तो पहलियां कमेटियां दी भी। कहते पंचायती राज का नूं संविधानक दर्जा देना बहुत जरूरी है, अदरवाइज जे पंचायतों का जिक्र संविधान च ना किया तो स्टेट गौरमेंट्स पिंडां दीयां पंचायतां सरपंचां नूं अपने अकॉर्डिंग मोल्ड कर लैणगे, उन्हां दे अपने अकॉर्डिंग रूल बना लैणगे। पिंड दे विच ग्राम पंचायत जिहड़ी आ उहदी जिम्मेवारी सब तो वध होनी चाहिए है, तो ग्राम पंचायत दे तो पहला जिम्मेवारी होनी चाहिए है ग्राम सभा की। ग्राम सभा हर एक उस शख्स तो मिल के बनूगी जिहड़े उस पिंड के मैंबर आ, जिहड़े वोट पा सकते हैं, तो वो डायरैक्ट डेमोक्रेसी मीनस इहदे च एक गल का बड़ा रोल सीगा कि पिंड के लोग जिहड़े आ ना वो मिल के पिंड का फैसला करनगे। पर इत्थे एक वाद विवाद निकल के आ गया कि जे असीं पिंड के लोगों को ये एहसास कराता ना कि तुसीं अपने मैंबर साहबान चुनने नहीं जां सरपंच पंच नहीं चुनते, तुसीं कोई भी फैसला मिल के आप कर सकते हो, तो ये तो डायरैक्ट डेमोक्रेसी हो जूगी। स्टेट लैवल ते देश के लैवल ते तां असीं इंडायरैक्ट डेमोक्रेसी वरतते हैं। किवें स्टेट के लैवल ते होवे भावें देश के लैवल ते होवे, असीं की करते हैं, असीं अपने नुमाइंदे चुनते हैं। पर पिंड के लैवल ते तुसीं कह रहे हो कि तुसीं अपने पंच सरपंच नहीं चुनते, तुसीं डायरैक्ट डेमोक्रेसी आ, इस गल नूं खारज कर दिता गया सी। पर यह गल LM सिंघवी कमेटी की कही हुई सब तो वड्डी कॉन्ट्रोवर्शियल गल सी। ग्राम पंचायत नूं टैक्स वगैरह वास्ते फाइनैंशियल रिसोर्सिस देने चाहिए, अदरवाइज स्टेट गौरमेंट इहो जिहा प्रबंध करे कि हर साल स्टेट के फंड चों कुछ फंड पक्का पिंडां दीयां पंचायतां वास्ते जावे। किवें जावे वो अगे जाके देखते हैं, ठीक है। जुडिशियल ट्रिब्यूनल्स बननियां चाहिए ताकि जे पिंड वक्रियां अदालतां होनियां चाहिए, जे पिंडां दीयां पंचायतां दे इलैक्शनां नूं लैके कोई रौला पै गया तो हाई कोर्ट के रौलियां चों रुल जूगा। इस करके इलैक्शन पटीशनस जिहड़ियां कि पिंड दीयां सरपंची दीयां वोटां नाल संबंधित आ, उहदे वास्ते वक्रियां ट्रिब्यूनल्स वक्रियां अदालतां ते वो बड़ी जल्दी फैसले करन, ये भी होनियां चाहिए। तां तुसीं आप देखो, इस तो बाद अगली कमेटी आ गई ठंगण कमेटी। तो
ਤਾਂ ਇਸ ਕਮੇਟੀ ਦੀਆਂ ਕਾਫੀ ਰਿਕਮੈਂਡੇਸ਼ਨਸ ਮੰਨ ਲਈਆਂ ਜਾਣਗੀਆਂ। ਇਹਨੇ ਕਿਹਾ ਕਿ ਪੰਚਾਇਤੀ ਰਾਜ ਨੂੰ ਉਦੋਂ ਤੱਕ ਕੁਝ ਨਹੀਂ ਬਣਨਾ ਜਦੋਂ ਤੱਕ ਇਹਨੂੰ ਸੰਵਿਧਾਨ 'ਚ ਨਹੀਂ ਲਿਖਦੇ। ਇਹਨੇ ਕਿਹਾ ਕਿ 3 ਟਾਇਰ ਸਿਸਟਮ ਬਲਾਕ ਲੈਵਲ, ਵਿਲੇਜ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਹੋਣਾ ਚਾਹੀਦਾ। ਇਹ ਵੀ ਗੱਲ ਬਾਅਦ 'ਚ ਮੰਨੀ ਜਾਊਗੀ। ਜ਼ਿਲ੍ਹਾ ਪ੍ਰੀਸ਼ਦ ਜਿਹੜਾ ਹੈ ਉਹਦੇ ਹੱਥ 'ਚ ਮੇਨ ਪਾਵਰ ਹੋਣੀ ਚਾਹੀਦੀ ਹੈ, ਠੀਕ ਹੈ। ਅਗਲੀ ਗੱਲ, ਉਸ ਤੋਂ ਬਾਅਦ ਇਹਨਾਂ ਨੇ ਵੀ ਕਿਹਾ ਕਿ ਪੰਚਾਇਤਾਂ 5 ਸਾਲ ਵਾਸਤੇ ਚੁਣੀਆਂ ਜਾਣੀਆਂ ਚਾਹੀਦੀਆਂ। ਇਹ ਵੀ ਗੱਲ ਸਮਝ ਆ ਰਹੀ ਹੈ। ਤੇ ਜੇ ਬਾਈ ਚਾਂਸ ਕਿਸੇ ਵੀ ਤਰੀਕੇ ਕੋਈ ਗੜਬੜ ਹੁੰਦੀ ਆ, ਇੱਕ ਪੰਚਾਇਤ ਭੰਗ ਹੁੰਦੀ ਆ, ਤਾਂ ਉਹ ਵੱਧ ਤੋਂ ਵੱਧ 6 ਮਹੀਨੇ ਵਾਸਤੇ ਹੋ ਸਕਦੀ ਹੈ। ਉਸ ਤੋਂ ਬਾਅਦ ਉਹਦੀਆਂ ਚੋਣਾਂ ਕਰਾਉਣੀਆਂ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਇੱਕ ਪਲੈਨਿੰਗ ਤੇ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਊਗੀ ਸਟੇਟ ਲੈਵਲ ਤੇ, ਤਾਂ ਕਿ ਪਿੰਡ ਦੀਆਂ ਪੰਚਾਇਤਾਂ ਤੇ ਨਿਗਰਾਨੀ ਰੱਖੀ ਜਾ ਸਕੇ ਜਾਂ ਉਹਨਾਂ ਦੀ ਪਲੈਨਿੰਗ ਕਰਵਾਉਣ ਦੇ ਵਿੱਚ ਪੰਚਾਇਤਾਂ ਦੀ ਮਦਦ ਕੀਤੀ ਜਾ ਸਕੇ। ਸਟੇਟ ਵੀ ਆਪਣਾ ਰੋਲ ਅਦਾ ਕਰੇ। ਸਟੇਟ ਆਪਣੇ ਮਹਿਕਮਿਆਂ ਦੇ ਵਿੱਚ ਇੱਕ ਮਹਿਕਮਾ ਕ੍ਰੀਏਟ ਕਰੂਗੀ, ਮਿਨਿਸਟਰੀ ਆਫ ਪਲੈਨਿੰਗ, ਤੇ ਉਹਦਾ ਜਿਹੜਾ ਮਿਨਿਸਟਰ ਹੋਊਗਾ ਉਹ ਪੰਚਾਇਤਾਂ ਦੀ ਕੋਆਰਡੀਨੇਸ਼ਨ ਤੇ ਉਹਨਾਂ ਦੀ ਪਲੈਨਿੰਗ ਕਰਨ ਦੇ ਵਿੱਚ ਸਟੇਟ ਸਰਪੰਚਾਂ ਦੀ ਤੇ ਹੋਰ ਅਫਸਰਾਂ ਦੀ ਹੈਲਪ ਕਰੂਗਾ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਗੜਗਿਲ ਕਮੇਟੀ। ਦੇਖੋ ਕਿੱਡੀਆਂ ਛੋਟੀਆਂ ਗੱਲਾਂ ਨੇ, ਪੇਪਰ ਦੇ ਵਿੱਚ ਇਹੀ ਸਵਾਲ ਆ ਜਾਂਦਾ ਹੁੰਦਾ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਕਮੇਟੀ ਆ ਜਿਸ ਦਾ ਸੰਬੰਧ ਪੰਚਾਇਤੀ ਰਾਜ ਨਾਲ ਨਹੀਂਗਾ। ਸੋ ਸਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਪਤਾ ਹੋਣੀਆਂ ਚਾਹੀਦੀਆਂ। ਤਾਂ ਆ ਜਾਓ, ਕਹਿੰਦੇ ਗੜਗਿਲ ਕਮੇਟੀ ਨੇ ਕੀ ਕਿਹਾ, ਪੰਚਾਇਤੀ ਰਾਜ ਨੂੰ ਕਨਸਟੀਟਿਊਸ਼ਨਲ ਸਟੇਟਸ, ਪੜ੍ਹੀ ਹੋਈ ਗੱਲ। ਦੂਜੀ ਗੱਲ, ਪੰਚਾਇਤੀ ਰਾਜ 3 ਟਾਇਰ ਸਿਸਟਮ, ਦੇਖਾਂਗੇ ਅੱਗੇ ਜਾ ਕੇ ਆਊਗਾ ਕਿ ਨਹੀਂ। ਪੰਚਾਇਤੀ ਰਾਜ 5 ਸਾਲ ਵਾਸਤੇ ਹੋਣੀ ਚਾਹੀਦੀ ਹੈ, ਠੀਕ ਆ। ਪੰਚਾਇਤਾਂ ਜਿਹੜੀਆਂ ਨੇ ਉਹ ਡਾਇਰੈਕਟਲੀ ਚੁਣੀਆਂ ਜਾਣੀਆਂ ਚਾਹੀਦੀਆਂ। ਚੈੱਕ ਕਰਦੇ ਆ ਕਿ ਅੱਗੇ ਜਾ ਕੇ ਇਹ ਸਿਫਾਰਿਸ਼ਾਂ ਮੰਨੀਆਂ ਗਈਆਂ ਕਿ ਨਹੀਂ। ST SC ਤੇ ਔਰਤਾਂ ਵਾਸਤੇ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਇੱਕ ਸਟੇਟ ਫਾਈਨਾਂਸ ਕਮਿਸ਼ਨ ਬਣੂਗਾ ਜਿਹੜਾ ਇਹ ਦੱਸੂਗਾ ਕਿ ਸਟੇਟ ਸਰਕਾਰ ਨੇ ਆਪਣੇ ਕੁੱਲ ਕੋਟੇ 'ਚੋਂ ਕਿੰਨਾ ਪੈਸਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇਣਾ ਹੈ, ਤੇ ਪਿੰਡਾਂ ਦੀਆਂ ਪੰਚਾਇਤਾਂ ਕਰਾਉਣ ਵਾਸਤੇ ਵੱਖਰਾ ਸਟੇਟ ਇਲੈਕਸ਼ਨ ਕਮਿਸ਼ਨ ਹੋਵੇ। ਇਹ ਸੀਗੀ ਗੜਗਿਲ ਕਮੇਟੀ ਦਾ ਰਿਕਮੈਂਡੇਸ਼ਨਸ। ਤਾਂ ਗੜਗਿਲ ਬਹੁਤ ਸੀਨੀਅਰ ਸ਼ਖਸ ਸੀਗੇ। ਇਹਨਾਂ ਦੀਆਂ ਰਿਕਮੈਂਡੇਸ਼ਨਸ ਚੋਂ 80-85% ਰਿਕਮੈਂਡੇਸ਼ਨਸ ਮੰਨੀਆਂ ਗਈਆਂ। ਹੁਣ ਉਹ ਰਿਕਮੈਂਡੇਸ਼ਨਸ ਵਾਕਈ ਮੰਨੀਆਂ ਗਈਆਂ ਕਿ ਨਹੀਂ ਮੰਨੀਆਂ ਗਈਆਂ ਉਹ ਆਪਾਂ ਅੱਗੇ ਦੇਖਦੇ ਹਾਂ। ਹੁਣ ਦੇਖਦੇ ਹਾਂ ਕਿ ਅਸਲ 'ਚ ਇਹ ਸਾਰੀਆਂ ਸੰਘਰਸ਼ ਤੋਂ ਬਾਅਦ ਕੀ ਪੰਚਾਇਤਾਂ ਨੂੰ ਸੰਵਿਧਾਨਕ ਦਰਜਾ ਮਿਲਿਆ, ਕੀ ਔਰਤਾਂ ਨੂੰ ਰਿਜ਼ਰਵੇਸ਼ਨ ਮਿਲੀ। ਹੁਣ ਤੱਕ ਤਾਂ ਸਿਰਫ ਕਮੇਟੀ ਦੀਆਂ ਸਿਫਾਰਿਸ਼ਾਂ ਹੀ ਸੀਗੀਆਂ, ਕੁਝ ਮੰਨ ਲੀਆਂ ਕੁਝ ਨਹੀਂ ਮੰਨੀਆਂ। ਰੌਲਾ ਤਾਂ ਹੁਣ ਨਿਬੜੂਗਾ ਕਿ ਬਈ ਰਾਜੀਵ ਗਾਂਧੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਇੱਕ ਬਿੱਲ ਪੇਸ਼ ਕੀਤਾ, 64ਵਾਂ ਬਿੱਲ ਲੋਕ ਸਭਾ 'ਚ, ਪਰ ਉਸ ਤੋਂ ਬਾਅਦ ਉਹ ਬਿੱਲ ਲੈਪਸ ਹੋ ਗਿਆ ਬਿਕੋਜ਼ ਉਹਨਾਂ ਦੀ ਸਰਕਾਰ ਡਿੱਗੀ। ਉਸ ਤੋਂ ਬਾਅਦ VP ਸਿੰਘ ਦੀ ਸਰਕਾਰ ਆਈ, ਨੈਸ਼ਨਲ ਫਰੰਟ ਗਵਰਨਮੈਂਟ, ਉਹਨਾਂ ਨੇ ਕੋਸ਼ਿਸ਼ ਕੀਤੀ ਬਿੱਲ ਲੈ ਕੇ ਆਉਣ ਦੀ, ਪਰ ਉਹ ਵੀ ਬਿੱਲ ਜਿਹੜਾ ਸੀਗਾ ਬਾਅਦ 'ਚ ਲੈਪਸ ਹੋ ਗਿਆ। ਫਿਰ ਉਸ ਤੋਂ ਬਾਅਦ ਨਵੀਂ ਸਰਕਾਰ ਆਈ PV ਨਰਸਿਮਹਾ ਰਾਓ ਦੀ, ਉਹਨਾਂ ਨੇ 1991 ਦੇ ਵਿੱਚ ਇੱਕ 72ਵਾਂ ਬਿੱਲ ਪੇਸ਼ ਕੀਤਾ, 72ਵਾਂ ਸੰਵਿਧਾਨਕ ਬਿੱਲ, ਤੇ ਉਹ ਪਾਸ ਹੋ ਗਿਆ। ਤੇ ਉਹ 24 ਅਪ੍ਰੈਲ 1993 ਨੂੰ ਪਾਸ ਹੋਇਆ ਤਾਂ 73ਵਾਂ ਅਮੈਂਡਮੈਂਟ ਐਕਟ ਬਣ ਗਿਆ। 72ਵਾਂ ਬਿੱਲ ਸੀ ਤੇ 73ਵਾਂ ਐਕਟ। ਇਸ ਐਕਟ 'ਚ ਲਿਖਿਆ ਗਿਆ ਕਿ ਸੰਵਿਧਾਨ ਦੇ ਪਾਰਟ 9 'ਚ ਆਰਟੀਕਲ 243 ਤੋਂ ਪੰਚਾਇਤੀ ਰਾਜ ਦਾ ਜ਼ਿਕਰ ਸ਼ੁਰੂ ਕੀਤਾ ਹੈ। 243, 243A, 243B, 243C, ਇਸ ਤਰੀਕੇ ਨਾਲ ਕਾਫੀ ਆਰਟੀਕਲਸ ਜਿਹੜੇ ਆ ਉਹ ਪੰਚਾਇਤੀ ਰਾਜ ਨੂੰ ਦਿੱਤੇ ਗਏ। ਹੁਣ ਪੰਚਾਇਤੀ ਰਾਜ ਦੇ ਆਰਟੀਕਲਸ ਕਿੱਥੋਂ ਲੈ ਕੇ ਕਿੱਥੋਂ ਤੱਕ ਆ, 243 ਤੋਂ ਲੈ ਕੇ 243O ਤੱਕ, ਕਨਸਟੀਟਿਊਸ਼ਨ ਦਾ ਪਾਰਟ 9ਵਾਂ, 73ਵਾਂ ਐਕਟ, 72ਵਾਂ ਬਿੱਲ, ਠੀਕ ਆ। ਇਹਦੇ ਨਾਲ ਪੰਚਾਇਤੀ ਰਾਜ ਐਡ ਹੋਇਆ। ਤੇ ਮੈਂ ਤੁਹਾਨੂੰ ਦੱਸਦਾ, ਪੰਚਾਇਤੀ ਰਾਜ ਇੰਨੀ ਕਿ ਇੰਪੋਰਟੈਂਟ ਗੱਲ ਸੀਗੀ, ਪੰਚਾਇਤੀ ਰਾਜ ਇੰਨੀ ਕੁ ਇੰਪੋਰਟੈਂਟ ਗੱਲ ਆ ਕਿ ਪੰਚਾਇਤੀ ਰਾਜ ਦਾ ਇੱਕ ਆਰਟੀਕਲ ਸਾਡੇ ਸੰਵਿਧਾਨ ਦੇ ਸੂਚੀ 11ਵੀਂ ਸੂਚੀ 'ਚ ਵੀ ਐਡ ਹੋਇਆ। ਸੰਵਿਧਾਨ ਦੇ ਵਿੱਚ ਉਸ ਤੋਂ ਪਹਿਲਾਂ 10 ਸੂਚੀਆਂ ਹੁੰਦੀਆਂ ਸੀ, 11ਵੀਂ ਸੂਚੀ ਨੂੰ ਸਪੈਸ਼ਲ ਐਡ ਕਰਕੇ ਉਹਦੇ 'ਚ ਇਹਨਾਂ 243 ਤੋਂ ਲੈ ਕੇ 243O ਦੇ ਵਿੱਚੋਂ ਇੱਕ ਆਰਟੀਕਲ ਉੱਥੇ ਵੀ ਲਿਖਿਆ ਗਿਆ। ਤੁਸੀਂ ਕਹੋਗੇ ਅੱਛਾ, ਸਾਨੂੰ ਤਾਂ ਅੱਜ ਤੱਕ ਲੱਗਦਾ ਸੀ ਕਿ 11ਵੇਂ ਸ਼ਡਿਊਲ 'ਚ ਸਾਰਾ ਪੰਚਾਇਤੀ ਰਾਜ ਲਿਖਿਆ। ਨਹੀਂ, ਇੱਕੋ ਹੀ ਆਰਟੀਕਲ ਜਿਹੜਾ ਇਹਨਾਂ ਸਾਰੇ ਆਰਟੀਕਲਸ 'ਚੋਂ ਸਭ ਤੋਂ ਵੱਧ ਇੰਪੋਰਟੈਂਟ ਸੀ। ਮੈਂ ਅੱਗੇ ਪੜ੍ਹਾ ਰਿਹਾ, ਤੁਸੀਂ ਕਮੈਂਟ ਕਰਕੇ ਦੱਸੋਗੇ ਕਿ ਉਹ ਕਿਹੜਾ ਆਰਟੀਕਲ ਸੀਗਾ ਜਿਹੜਾ 11ਵੇਂ ਸ਼ਡਿਊਲ 'ਚ ਵੀ ਲਿਖਿਆ ਗਿਆ ਨਾਲ ਦੀ ਨਾਲ। ਇਹ ਵੀ ਉਸੇ ਟਾਈਮ ਹੀ ਹੋਇਆ, ਇਸ ਕਰਕੇ ਇਹ ਵੀ ਕਾਰਨਾਮਾ 73ਵੀਂ ਅਮੈਂਡਮੈਂਟ ਨਾਲ ਹੀ ਹੋਇਆ, ਠੀਕ ਆ। ਉਹ ਆਰਟੀਕਲ ਕਿਉਂ ਲਿਖਿਆ ਗਿਆ ਸ਼ਡਿਊਲ 'ਚ? ਕਿਉਂਕਿ ਸੰਵਿਧਾਨ ਦੇ ਸ਼ਡਿਊਲ ਦੇ ਵਿੱਚ ਜਿਹੜਾ ਸਾਡਾ 11-12 ਸ਼ਡਿਊਲ ਬਣਿਆ ਸੰਵਿਧਾਨ ਦੇ, ਉਹਨਾਂ 'ਚ ਸਾਰਾ ਕੁਝ ਥੋੜਾ ਲਿਖਿਆ ਗਿਆ ਹੈ, ਕੁਝ ਕੰਮ ਦੀਆਂ ਗੱਲਾਂ। ਪੂਰੇ ਪੰਚਾਇਤੀ ਰਾਜ 'ਚੋਂ ਇੱਕ ਗੱਲ ਬਹੁਤ ਇੰਪੋਰਟੈਂਟ ਸੀ ਜਿਹੜੀ ਚੱਕ ਕੇ 11ਵੇਂ ਸ਼ਡਿਊਲ 'ਚ ਵੀ ਲਿਖ ਦਿੱਤੀ ਗਈ ਨਾਲ। ਲਓ ਜੀ, ਹੁਣ ਅੱਗੇ ਚੱਲਦੇ ਹਾਂ, ਠੀਕ ਆ। 11ਵੇਂ ਸ਼ਡਿਊਲ ਚਲੋ ਅੱਗੇ ਲਿਖਿਆ ਆ ਗਿਆ ਆਰਟੀਕਲ 243G, ਇਹ ਲਿਖਿਆ ਗਿਆ। ਇਹਦੇ 'ਚ ਕੀ ਲਿਖਿਆ ਹੈ? ਬਹੁਤ ਗੱਲਾਂ, ਬਹੁਤ 243 ਤੋਂ ਲੈ ਕੇ 243O ਤੱਕ ਪੰਚਾਇਤੀ
ਰਾਜ ਦੀਆਂ ਕਿੰਨੀਆਂ ਗੱਲਾਂ ਹੋਣਗੀਆਂ, ਪੰਚਾਇਤੀ ਰਾਜ ਦੇ ਇਲੈਕਸ਼ਨਸ, ਫਾਈਨਾਂਸ ਕਮਿਸ਼ਨ, ਫਲਾਂ ਫਲਾਂ ਫਲਾਂ। ਪਰ ਪੰਚਾਇਤੀ ਰਾਜ ਦੀ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ ਪੰਚਾਇਤਾਂ ਨੂੰ 29 ਜ਼ਿੰਮੇਵਾਰੀਆਂ ਮਿਲੀਆਂ ਨੇ, ਨਾਲੀਆਂ ਸਾਫ਼ ਕਰਨ ਤੋਂ ਲੈ ਕੇ ਗਲੀਆਂ ਪੱਕੀਆਂ ਕਰਨ ਤੱਕ ਦੀਆਂ 29 ਜ਼ਿੰਮੇਵਾਰੀਆਂ। 11ਵੇਂ ਸ਼ਡਿਊਲ 'ਚ ਲਿਖਿਆ ਕਿ ਆਰਟੀਕਲ 243 ਜੀ ਦੇ ਤਹਿਤ ਪਿੰਡ ਦੀਆਂ ਪੰਚਾਇਤਾਂ ਦੀਆਂ ਇਹ 29 ਜ਼ਿੰਮੇਵਾਰੀਆਂ ਨੂੰ ਪਿੰਡ ਦੀਆਂ ਪੰਚਾਇਤਾਂ ਪੂਰੀਆਂ ਕਰਨਗੀਆਂ। ਇਹ ਗੱਲ ਆ 11ਵੇਂ ਸ਼ਡਿਊਲ 'ਚ, ਮਤਲਬ ਕਿ ਸ਼ਡਿਊਲ ਦੇ ਵਿੱਚ ਕਿਸੇ ਹੋਰ ਚੀਜ਼ ਨੂੰ ਇੰਪੋਰਟੈਂਸ ਨਹੀਂ ਦਿੱਤੀ ਗਈ, ਸਿਰਫ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਨੂੰ ਇੰਪੋਰਟੈਂਸ ਦਿੱਤੀ ਗਈ ਆ। ਪੇਪਰ 'ਚ ਆ ਸਕਦਾ ਹੈ ਕਿ 11ਵੇਂ ਸ਼ਡਿਊਲ 'ਚ ਪੰਚਾਇਤੀ ਰਾਜ ਆ, ਨਹੀਂ, ਉਸ ਤੋਂ ਪਹਿਲਾਂ ਪੰਚਾਇਤੀ ਰਾਜ ਸਿਰਫ ਆਰਟੀਕਲ 40 'ਚ ਲਿਖਿਆ ਸੀ, ਜਿੱਥੇ DPSPs ਆ, ਡਾਇਰੈਕਟਿਵ ਪ੍ਰਿੰਸੀਪਲਸ ਆ, ਜਿੱਥੇ ਬਸ ਇਹ ਲਿਖਿਆ ਸੀ ਕਿ ਸਟੇਟ ਕੋਸ਼ਿਸ਼ ਕਰੂਗੀ ਕਿ ਪੰਚਾਇਤਾਂ ਬਣਾਈਆਂ ਜਾਣ। ਜਦੋਂ ਸੰਵਿਧਾਨ ਸੀ ਤਾਂ ਮਹਾਤਮਾ ਗਾਂਧੀ ਦੀ ਗੱਲ ਵੀ ਰਹਿ ਜੇ, ਇਸ ਕਰਕੇ BR ਅੰਬੇਦਕਰ ਨੇ ਇਹੋ ਜਿਹੀ ਜਗ੍ਹਾ ਤੇ ਪੰਚਾਇਤੀ ਰਾਜ ਦਾ ਜ਼ਿਕਰ ਕਰਤਾ ਜਿੱਥੇ ਸਰਕਾਰ ਤੇ ਕੋਈ ਬਾਉਂਡੇਸ਼ਨ ਵੀ ਨਾ ਹੋਵੇ। ਪਰ 1992 ਤੱਕ ਆਉਂਦੇ ਆਉਂਦੇ ਪੰਚਾਇਤੀ ਰਾਜ ਨੂੰ ਇੱਕ ਸੰਵਿਧਾਨਕ ਦਰਜਾ ਦੇਣਾ ਪਿਆ। ਆਰਟੀਕਲ 40 'ਚ ਤਾਂ ਲਿਖਿਆ ਹੀ ਲਿਖਿਆ ਸੀ, ਉਹਦੇ ਨਾਲ ਚੱਕ ਕੇ ਉਹਨੂੰ 9ਵੇਂ ਸ਼ਡਿਊਲ 'ਚ, ਪੂਰੇ ਸ਼ਡਿਊਲ 'ਚ ਪੰਚਾਇਤੀ ਰਾਜ, ਤੇ 9ਵੇਂ ਪਾਰਟ 'ਚ ਪੰਚਾਇਤੀ ਰਾਜ, ਤੇ 11ਵੇਂ ਸ਼ਡਿਊਲ ਦੇ ਵਿੱਚ ਪੰਚਾਇਤੀ ਰਾਜ ਦਾ ਸਿਰਫ ਇੱਕ ਆਰਟੀਕਲ, ਜਿਹੜਾ ਕਿ ਬਹੁਤ ਇੰਪੋਰਟੈਂਟ ਆਰਟੀਕਲ ਆ, 243 ਜੀ। ਆ ਜਾਓ ਵੀ ਹੁਣ ਪੜ੍ਹਦੇ ਹਾਂ ਕਿ ਪੰਚਾਇਤੀ ਰਾਜ ਦਾ ਜ਼ਿਕਰ ਕੀ ਆ ਸੰਵਿਧਾਨ 'ਚ। ਹੁਣ ਪੰਚਾਇਤੀ ਰਾਜ 'ਚ ਗ੍ਰਾਮ ਪੰਚਾਇਤ ਦਾ ਕੀ ਰੋਲ ਆ, ਬਲਾਕ ਸਮਿਤੀ ਦਾ ਕੀ ਰੋਲ ਆ। ਇੱਕ ਗੱਲ ਯਾਦ ਰੱਖਿਓ, ਆ ਪੰਚਾਇਤੀ ਰਾਜ ਨਾਲ ਸੰਬੰਧਿਤ ਆਰਟੀਕਲ ਨੇ ਸਾਰੇ, ਜਿਹੜੇ ਕਿ ਸਾਡੇ ਪੇਪਰਾਂ 'ਚ ਆਉਂਦੇ ਆ। ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਨਾ ਕਿ ਪੰਚਾਇਤੀ ਰਾਜ ਦੇ ਵਿੱਚ ਹੈ ਕੀ ਆ। ਦੇਖੋ, ਸਭ ਤੋਂ ਪਹਿਲੀ ਗੱਲ, ਪੰਚਾਇਤੀ ਰਾਜ, ਮੈਂ ਪਹਿਲਾਂ ਇਹ ਦੱਸਦਾ, ਸਭ ਤੋਂ ਪਹਿਲਾਂ ਮੈਂ ਆਰਟੀਕਲ ਵਾਈਜ਼ ਹੀ ਪੜ੍ਹਾ ਦਿੰਦਾ ਤਾਂ ਕਿ ਤੁਹਾਨੂੰ ਬਿਲਕੁਲ ਕਲੀਅਰ ਹੋ ਜੇ। ਆਰਟੀਕਲ 243 ਸਭ ਤੋਂ ਪਹਿਲਾ ਆਰਟੀਕਲ ਆ ਜੀ, 243 ਦੇ ਵਿੱਚ ਪੰਚਾਇਤੀ ਰਾਜ ਦੀ ਡੈਫੀਨੇਸ਼ਨ ਆ। 243 ਚ ਪੰਚਾਇਤੀ ਰਾਜ ਦੀ ਡੈਫੀਨੇਸ਼ਨ ਆ। ਪੰਚਾਇਤੀ ਰਾਜ ਦੀ ਡੈਫੀਨੇਸ਼ਨ ਕੀ ਕਹਿੰਦੀ ਆ ਕਿ ਜੀ ਇੱਕ ਪੰਚਾਇਤ ਹੋਊਗੀ, ਲੋਕਾਂ ਦੁਆਰਾ ਸਿੱਧੀ ਚੁਣੀ ਜਾਊਗੀ, ਜਿਹਦੇ ਚ 5 ਤੋਂ ਘੱਟੋ ਘੱਟ 5 ਤੇ ਵੱਧ ਤੋਂ ਵੱਧ 31 ਮੈਂਬਰ ਹੋਣਗੇ। ਠੀਕ ਆ। ST SC ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬਸ ਦੀ ਜਿਹੜੀ ਉਹਦੇ 'ਚ ਬਸ ਇੰਨਾ ਬਹੁਤ ਆ, ਕਿਉਂਕਿ ਅੱਗੇ ਜਾ ਕੇ ਸਾਰਾ ਕੁਝ ਆਊਗਾ। ਠੀਕ ਆ। ਸੋ ਇਹ ਹੋਊਗਾ ਆਪਣੇ ਕੋਲ, ਤੇ ਇਹਨੂੰ ਚੁਣਿਆ ਜਾਊਗਾ ਗ੍ਰਾਮ ਸਭਾ ਦੁਆਰਾ। ਠੀਕ ਆ। ਇਹਨੂੰ ਚੁਣਿਆ ਕਿ ਬਸ 43 ਚ ਡੈਫੀਨੇਸ਼ਨ ਦੱਸਤੀ। ਅਗਲਾ ਆਰਟੀਕਲ ਆ 243A। ਮੈਂ ਕੱਲੀ ਚੀਜ਼ ਐਕਸਪਲੇਨ ਕਰੂੰਗਾ ਹੁਣ, ਬਿਕੋਜ਼ ਅਸਲ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਉੱਪਰ ਕਿੰਨੇ ਬੰਦਿਆਂ ਦੀਆਂ ਸਿਫਾਰਿਸ਼ਾਂ ਨੇ ਤੇ ਕਿਹਦੀ ਸਿਫਾਰਿਸ਼ ਮੰਨੀ ਗਈ ਤੇ ਕਿਹਦੀ ਨਹੀਂ ਮੰਨੀ ਗਈ। 243A ਕੀ ਕਹਿੰਦਾ ਹੈ, ਗ੍ਰਾਮ ਸਭਾ, ਹਰ ਇੱਕ ਉਹ ਸ਼ਖਸ ਜਿਹੜਾ 18 ਸਾਲ ਜਾਂ 18 ਸਾਲ ਤੋਂ ਵੱਧ ਦਾ ਹੈ, ਹਰ ਇੱਕ ਉਹ ਸ਼ਖਸ ਜਿਹੜਾ 18 ਸਾਲ ਜਾਂ 18 ਸਾਲ ਤੋਂ ਵੱਧ ਦਾ ਹੈ ਤੇ ਉਸ ਪਿੰਡ ਦਾ ਨੁਮਾਇੰਦਾ ਹੈ, ਬਸ਼ਿੰਦਾ ਹੈ, ਰੈਜ਼ੀਡੈਂਟ ਆ, ਉਹ ਗ੍ਰਾਮ ਸਭਾ ਦਾ ਮੈਂਬਰ ਹੋਊਗਾ। ਤੇ ਉਹ ਗ੍ਰਾਮ ਸਭਾ ਜਿਹੜੀ ਆ ਉਹ ਗ੍ਰਾਮ ਪੰਚਾਇਤ ਚੁਣੂਗੀ। ਤੇ ਗ੍ਰਾਮ ਪੰਚਾਇਤ ਕੀ ਹੋਊਗੀ, 5 ਤੋਂ 31 ਮੈਂਬਰਾਂ ਦੀ ਇੱਕ ਸੰਸਥਾ, ਜਿਹਦੇ 'ਚ 5 ਤੋਂ 31 ਮੈਂਬਰ ਜਿਨ੍ਹਾਂ ਨੂੰ ਪੰਚ ਤੇ ਇੱਕ ਉਹਨਾਂ ਦੇ ਵਿੱਚੋਂ ਚੇਅਰਮੈਨ ਜਿਹਨੂੰ ਸਰਪੰਚ ਕਿਹਾ ਜਾਊਗਾ। ਠੀਕ ਆ। ਇਹ ਕਹਾਣੀ ਹੋ ਗਈ। ਨੈਕਸਟ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਿਆ ਕਨਸਟੀਟਿਊਸ਼ਨ ਆਫ ਪੰਚਾਇਤ। ਪੰਚਾਇਤ ਦਾ ਚੁਣਿਆ ਜਾਣਾ ਜਾਂ ਪੰਚਾਇਤ ਦਾ ਸੰਵਿਧਾਨ। ਪੰਚਾਇਤ ਇਸ ਤਰੀਕੇ ਨਾਲ ਸੁਣੀ ਜਾਊਗੀ ਕਿ ਉਹਦੇ 'ਚ ST SC ਦੀ ਰਿਜ਼ਰਵੇਸ਼ਨ ਅਕੋਰਡਿੰਗ ਟੂ ਪੋਪੂਲੇਸ਼ਨ, BC ਦੀ ਰਿਜ਼ਰਵੇਸ਼ਨ ਜਿਵੇਂ ਸਟੇਟ ਦੀ ਵਿਧਾਨ ਸਭਾ ਡਿਸਾਈਡ ਕਰੂਗੀ, ਤੇ ਔਰਤਾਂ ਦੀ ਰਿਜ਼ਰਵੇਸ਼ਨ ਘੱਟੋ ਘੱਟ 1/3 ਤੇ ਵੱਧ ਤੋਂ ਵੱਧ ਜਿੰਨੀ ਸਟੇਟ ਦੀ ਵਿਧਾਨ ਸਭਾ ਤੈਅ ਕਰੂਗੀ। ਹੁਣ ਪੰਜਾਬ ਦੇ ਕੇਸ 'ਚ ਆ ਜਾਓ, ਰਿਜ਼ਰਵੇਸ਼ਨ ਔਰਤਾਂ ਦੀ ਕਿੰਨੀ ਆ, 50% ਆ। ਕਿਵੇਂ 50% ਆ? ਕਨਸਟੀਟਿਊਸ਼ਨ ਕਹਿੰਦਾ ਕਿ 1/3, 1/3 ਤਾਂ ਮਿਨੀਮਮ, ਉਸ ਤੋਂ ਵੱਧ ਜਿੰਨੀ ਸਟੇਟ ਦੀ ਵਿਧਾਨ ਸਭਾ, ਸਟੇਟ ਲੈਜਿਸਲੇਚਰ ਡਿਸਾਈਡ ਕਰੇ। ਸੋ ਇਹ ਸਟੋਰੀ ਹੋ ਗਈ ਕੰਪੋਜੀਸ਼ਨ ਆਫ ਪੰਚਾਇਤ। ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਕੰਪੋਜੀਸ਼ਨ ਦੇ ਵਿੱਚ ਕੀ ਆ, 5 ਤੋਂ 31 ਦੇ ਵਿੱਚ ਮੈਂਬਰ ਹੋਣਗੇ, ਇੱਕ ਸਰਪੰਚ ਹੋਊਗਾ। ਠੀਕ ਆ। ਤੇ ਬਾਕੀ ਪੰਚ ਹੋਣਗੇ। 3 ਲੈਵਲ ਤੇ ਸਰਕਾਰ ਚੁਣੀ ਜਾਊਗੀ। 3 ਲੈਵਲ ਤੇ ਸਰਕਾਰ ਮਤਲਬ ਕਿ ਇੱਕ ਹੋਊਗੀ ਗ੍ਰਾਮ ਪੰਚਾਇਤ, ਇੱਕ ਹੋਊਗੀ ਬਲਾਕ ਸਮਿਤੀ, ਇੱਕ ਹੋਊਗੀ ਜ਼ਿਲ੍ਹਾ ਪਰਿਸ਼ਦ। ਆ 3 ਹੋਊਗੀਆਂ। ਤਿੰਨੇ ਲੈਵਲ ਤੇ ਜਿਹੜੇ ਮੈਂਬਰ ਨੇ, ਕੌਣ ਭਲਾ, ਮੈਂਬਰ, ਤਿੰਨਾਂ ਲੈਵਲ ਤੇ ਮੈਂਬਰਾਂ ਨੂੰ ਲੋਕ ਵੋਟਾਂ ਪਾ ਕੇ ਆਉਣਗੇ। ਬਲਾਕ ਸਮਿਤੀ ਦੇ ਮੈਂਬਰਾਂ ਨੂੰ ਵੀ ਵੋਟਾਂ ਮੈਂ ਪਾਊਂਗਾ, ਗ੍ਰਾਮ ਪੰਚਾਇਤ ਦੇ ਮੈਂਬਰਾਂ ਨੂੰ ਵੀ ਵੋਟਾਂ ਮੈਂ ਪਾਊਂਗਾ, ਤੇ ਆਪਣੀ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ 'ਚ ਵੀ ਮੈਂ ਪਾਊਂਗਾ। ਪਰ ਜੇ ਕੋਈ ਮੈਨੂੰ ਪੁੱਛੇ ਕਿ ਚੇਅਰਮੈਨ ਕਿਵੇਂ ਚੁਣਿਆ ਜਾਊਗਾ, ਬਲਾਕ ਸਮਿਤੀ ਦਾ ਤੇ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਬਲਾਕ ਮੈਂਬਰਾਂ ਦੁਆਰਾ ਤੇ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਜ਼ਿਲ੍ਹੇ ਦੇ ਮੈਂਬਰਾਂ ਦੁਆਰਾ ਚੁਣਿਆ ਜਾਊਗਾ ਇਨਡਾਇਰੈਕਟਲੀ। ਗ੍ਰਾਮ ਪੰਚਾਇਤ ਦਾ ਚੇਅਰਮੈਨ ਕਿਵੇਂ ਚੁਣਿਆ ਜਾਊਗਾ, ਕਨਸਟੀਟਿਊਸ਼ਨ 'ਚ ਇਹਦੇ ਬਾਰੇ 2 ਗੱਲਾਂ ਲਿਖੀਆਂ ਹੈ, ਯਾਨੀ ਕਿ ਸਰਪੰਚ ਕਿਵੇਂ ਚੁਣਿਆ ਜਾਊਗਾ 2 ਤਰੀਕਿਆਂ ਨਾਲ। ਜਾਂ ਤਾਂ ਇਨਡਾਇਰੈਕਟਲੀ ਗ੍ਰਾਮ ਸਭਾ ਦੇ ਮੈਂਬਰ ਚੁਣ ਲੈਣਗੇ। ਠੀਕ ਆ।
ਜਾਂ ਲੋਕ ਗ੍ਰਾਮ ਪੰਚਾਇਤ ਦੇ ਮੈਂਬਰ ਚੁਣ ਲੈਣਗੇ ਜਾਂ ਲੋਕ ਡਾਇਰੈਕਟ ਵੋਟਾਂ ਪਾ ਦੇਣਗੇ। ਲੋਕ ਮਤਲਬ ਜਿਹੜੀ ਉਸ ਪਿੰਡ ਦੀ ਗ੍ਰਾਮ ਸਭਾ ਹੈ, ਸਾਰੇ ਉਹ ਵੋਟ ਜਿਹੜੇ ਲੋਕ ਜਿਹੜੇ ਵੋਟਾਂ ਪਾ ਸਕਦੇ ਆ। ਇਹਨਾਂ ਦੋਵਾਂ ਚੋਂ ਗ੍ਰਾਮ ਪੰਚਾਇਤ ਦੇ ਮੈਂਬਰ ਚੁਣਨਗੇ, ਮਤਲਬ ਕਿ ਮੈਂਬਰ ਵੋਟਾਂ ਪਾ ਕੇ ਸਰਪੰਚ ਚੁਣਨਗੇ, ਪੰਚ ਵੋਟਾਂ ਪਾ ਕੇ ਸਰਪੰਚ ਚੁਣਨਗੇ ਕਿ ਲੋਕ ਚੁਣਨਗੇ। ਇਹਦਾ ਅਧਿਕਾਰ ਸਟੇਟ ਦੀ ਲੈਜਿਸਲੇਚਰ ਨੂੰ ਦਿੱਤਾ ਗਿਆ, ਵਿਧਾਨ ਸਭਾ ਨੂੰ ਦਿੱਤਾ ਗਿਆ ਕਿ ਤੁਸੀਂ ਕਾਨੂੰਨ ਬਣਾ ਦਿਓ। ਇਟ ਮੀਨਸ ਸਟੇਟ ਦੀ ਵਿਧਾਨ ਸਭਾ ਨੂੰ ਵੀ ਸੰਵਿਧਾਨ ਪਾਵਰਾਂ ਦੇ ਕੇ ਗਿਆ ਹੈ। ਜਦੋਂ ਸਾਡੇ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀ ਤਾਂ ਬਾਦਲ ਸਾਹਿਬ ਨੇ ਕੀ ਕੀਤਾ, ਇੱਕ ਵਾਰ ਗਲਤੀ ਨਾਲ 2007 ਚ ਇੱਕ ਰੂਲ ਪਾਸ ਕਰਤਾ ਵਿਧਾਨ ਸਭਾ ਚੋਂ ਕਿ ਪੰਚ ਸਰਪੰਚ ਨੂੰ ਚੁਣਨਗੇ ਤੇ ਪੰਚਾਂ ਨੂੰ ਤੁਸੀਂ ਵੋਟਾਂ ਤੋਂ ਬਾਅਦ ਸਰਪੰਚਾਂ ਨੂੰ ਚੁਣਨ ਵਾਸਤੇ 20 ਕੁ ਦਿਨ ਦਾ ਗੈਪ ਰੱਖਤਾ। ਇੱਕ ਵਾਰੀ ਪੰਚ ਚੁਣੇ ਗਏ, ਕਿਸੇ ਪਿੰਡ 'ਚ 9 ਪੰਚ ਚੁਣੇ ਗਏ। ਹੁਣ ਉਹਨਾਂ ਪੰਚਾਂ ਨੇ ਵੋਟ ਪਾ ਕੇ ਸਰਪੰਚ ਚੁਣਨਾ ਸੀ। ਉਹ 20 ਦਿਨ ਪੰਚਾਂ ਦੇ ਵਾਰੇ ਨਿਆਰੇ ਰਹੇ ਕਿ ਬਈ ਮੇਰੇ ਕੋਲ ਪੈਸੇ ਲੈ ਲਾ, ਮੈਨੂੰ ਵੋਟ ਪਾ ਦੀ, ਮੈਨੂੰ ਪਾ ਦੀ। ਜਦੋਂ ਇਸ ਲੂਪ ਹੋਲ ਦਾ ਪਤਾ ਲੱਗਿਆ ਤਾਂ ਅਗਲੀ ਵਾਰ ਜਦੋਂ ਸਰਪੰਚੀ ਦੀਆਂ ਵੋਟਾਂ ਬਾਦਲ ਸਾਹਿਬ ਵੇਲੇ ਫੇਰ ਆ ਗਈਆਂ ਤਾਂ ਦੂਜੀ ਵਾਰ ਬਾਦਲ ਸਾਹਿਬ ਨੇ ਕਿਹਾ, ਵਿਧਾਨ ਸਭਾ ਦੇ ਵਿੱਚ ਐਕਟ ਪਾਸ ਕਰਾਤਾ ਕਿ ਪੰਜਾਬ ਦੇ ਵਿੱਚ ਗ੍ਰਾਮ ਸਭਾ ਵੀ ਲੋਕਾਂ ਦੁਆਰਾ ਡਾਇਰੈਕਟ ਚੁਣੀ ਜਾਊਗੀ ਤੇ ਗ੍ਰਾਮ ਪੰਚਾਇਤ ਵੀ ਡਾਇਰੈਕਟ ਚੁਣੀ, ਮਤਲਬ ਕਿ ਸਰਪੰਚ ਵੀ ਡਾਇਰੈਕਟ ਚੁਣਿਆ ਜਾਊਗਾ ਤੇ ਪੰਚ ਵੀ ਡਾਇਰੈਕਟ ਚੁਣੇ ਜਾਣਗੇ। ਤਾਂ ਪਿੰਡ ਦੇ ਲੈਵਲ ਤੇ ਚੇਅਰਮੈਨ ਨੂੰ ਚੁਣੇ ਜਾਣ ਦੀਆਂ ਦੋ ਆਪਸ਼ਨਸ ਨੇ, ਡਾਇਰੈਕਟਲੀ ਔਰ ਇਨਡਾਇਰੈਕਟਲੀ, ਡਿਸਾਈਡਡ ਬਾਈ ਸਟੇਟ ਦੀ ਵਿਧਾਨ ਸਭਾ। ਪਰ ਬਲਾਕ ਲੈਵਲ ਤੇ ਜ਼ਿਲ੍ਹੇ ਲੈਵਲ ਤੇ ਪੰਚ ਤੇ ਮੈਂਬਰ ਜਿਹੜੇ ਆ ਉਹ ਡਾਇਰੈਕਟਲੀ ਲੋਕਾਂ ਦੁਆਰਾ, ਪਰ ਚੇਅਰਮੈਨ ਲੋਕਾਂ ਦੁਆਰਾ ਨਹੀਂ ਚੁਣਿਆ ਜਾਊਗਾ। ਉਹਨੂੰ ਚੁਣਿਆ ਜਾਊਗਾ, ਚੇਅਰਮੈਨ ਨੂੰ ਚੁਣਿਆ ਜਾਊਗਾ ਮੈਂਬਰਾਂ ਮੈਂਬਰਾਂ ਦੁਆਰਾ ਇਨਡਾਇਰੈਕਟਲੀ। ਕਹਾਣੀ ਕਲੀਅਰ ਹੋ ਗਈ। ਉਸ ਤੋਂ ਬਾਅਦ ਰਿਜ਼ਰਵੇਸ਼ਨ ਤੇ ਆ ਜਾਓ। ਰਿਜ਼ਰਵੇਸ਼ਨ ਦਾ ਇੱਕ ਸਭ ਤੋਂ ਇੰਪੋਰਟੈਂਟ ਗੱਲ, ਔਰਤਾਂ ਦੀ ਰਿਜ਼ਰਵੇਸ਼ਨ ਘੱਟੋ ਘੱਟ 1/3। ਉਸ ਤੋਂ ਬਾਅਦ ਸੂਬੇ ਦੀ ਵਿਧਾਨ ਸਭਾ, ਸਟੇਟ ਲੈਜਿਸਲੇਚਰ। ST ਤੇ ST SC ਦੀ ਰਿਜ਼ਰਵੇਸ਼ਨ ਅਕੋਰਡਿੰਗ ਟੂ ਪੋਪੂਲੇਸ਼ਨ। BC ਰਿਜ਼ਰਵੇਸ਼ਨ ਸਟੇਟ ਲੈਜਿਸਲੇਚਰ ਦੁਆਰਾ ਡਿਸਾਈਡ ਕੀਤੀ ਜਾਊਗੀ। BC ਰਿਜ਼ਰਵੇਸ਼ਨ ਅਕੋਰਡਿੰਗ ਟੂ ਪੋਪੂਲੇਸ਼ਨ ਨਹੀਂ ਹੋਊਗੀ। BC ਰਿਜ਼ਰਵੇਸ਼ਨ ਡਿਸਾਈਡਡ ਬਾਈ ਸਟੇਟ ਵਿਧਾਨ ਸਭਾ, ਸਟੇਟ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਅਕੋਰਡਿੰਗ ਟੂ ਪੋਪੂਲੇਸ਼ਨ। ਔਰਤਾਂ ਦੀ ਘੱਟੋ ਘੱਟ 1/3, ਅਦਰਵਾਈਜ਼ ਡਿਸਾਈਡਡ ਬਾਈ ਸਟੇਟ ਵਿਧਾਨ ਸਭਾ। ਤੇ ਪੰਜਾਬ ਦੇ ਕੇਸ 'ਚ ਸਟੇਟ ਵਿਧਾਨ ਸਭਾ ਨੇ ਇਹਨੂੰ 50% ਡਿਸਾਈਡ ਕੀਤਾ ਹੋਇਆ ਪੰਚਾਇਤਾਂ ਦੀਆਂ ਵੋਟਾਂ 'ਚ। ਅੱਗੇ ਆ ਗਿਆ 243E, ਪਿੰਡ ਦੀ ਪੰਚਾਇਤ ਦੀ ਡਿਊਰੇਸ਼ਨ 5 ਸਾਲ ਪੱਕੀ। ਜੇ 5 ਸਾਲ ਤੋਂ ਪਹਿਲਾਂ ਕਿਸੇ ਕਾਰਨ ਪੰਚਾਇਤ ਦੇ ਕਿਸੇ ਮੈਂਬਰ ਦੀ ਮੌਤ ਹੋ ਗਈ ਤਾਂ 6 ਮਹੀਨੇ ਦੇ ਅੰਦਰ ਅੰਦਰ ਉਹਦੀ ਜਗ੍ਹਾ ਤੇ ਬਾਈ ਇਲੈਕਸ਼ਨ ਕਰਾ ਲਏ ਜਾਣਗੇ। ਤੇ ਆਇਆ ਹੋਇਆ ਮੈਂਬਰ ਨਵੀਂ ਟਨਿਓਰ 5 ਸਾਲ, ਜਦੋਂ ਤੱਕ 5 ਸਾਲ ਨਹੀਂ ਚੱਲੂਗਾ, ਜਦੋਂ ਬਾਕੀਆਂ ਦੀ ਟਨਿਓਰ ਪੂਰੀ ਹੋ ਗਈ ਉਹਦੀ ਵੀ ਨਾਲ ਹੀ ਪੂਰੀ ਹੋ ਜਾਊਗੀ, ਬੇਸ਼ੱਕ 2 ਸਾਲ ਹੀ ਲੱਗਣ। ਦੂਜੀ ਗੱਲ, ਜੇ ਪੰਚਾਇਤ 2 ਸਾਲ ਬਾਅਦ ਭੰਗ ਹੋ ਗਈ, ਕਿਸੇ ਕਾਰਨ ਚੱਲ ਨਹੀਂ ਸਕੀ ਪੰਚਾਇਤ, ਤਾਂ 2 ਸਾਲਾਂ ਬਾਅਦ 6 ਮਹੀਨਿਆਂ ਦੇ ਅੰਦਰ ਅੰਦਰ ਦੁਬਾਰਾ ਵੋਟਾਂ ਪੈਣਗੀਆਂ। ਤੇ ਜਿਹੜੀ ਨਵੀਂ ਪੰਚਾਇਤ ਚੁਣੀ ਜਾਊਗੀ, ਜਿਵੇਂ ਆਪਣੇ ਵਿਧਾਨ ਸਭਾ ਹੁੰਦੀ ਆ, ਸਟੇਟ ਲੈਜਿਸਲੇਚਰ ਜਾਂ ਸੈਂਟਰ ਦੇ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਆ, ਜਦੋਂ ਇੱਕ ਵਾਰੀ ਅੱਧ ਵਿਚਕਾਰੇ ਸਰਕਾਰ ਟੁੱਟ ਜੇ ਤੇ ਨਵੀਂ ਸਰਕਾਰ ਚੁਣੀ ਜਾਵੇ, ਉਹ ਅਗਲੇ 5 ਸਾਲ ਕੱਟਦੀ ਆ ਨਾ। ਪਰ ਪਿੰਡ ਦੀ ਪੰਚਾਇਤ, ਜੇ ਪੰਚਾਇਤ ਅੱਧ ਵਿਚਾਲੇ ਕਿਤੇ ਟੁੱਟ ਗਈ ਤਾਂ ਜਿਹੜੀ ਨਵੀਂ ਪੰਚਾਇਤ ਚੁਣੀ ਜਾਊਗੀ ਉਹ ਬਚਿਆ ਹੋਈ ਟਨਿਓਰ ਪੂਰੀ ਕਰੂਗੀ, ਨਾ ਕਿ 5 ਸਾਲ। ਇਹ ਬਹੁਤ ਇੰਪੋਰਟੈਂਟ ਗੱਲ ਆ, ਇਹਨੂੰ ਰੱਟਾ ਮਾਰ ਲਓ। ਅੱਗੇ 243F, ਡਿਸਕੁਆਲੀਫਿਕੇਸ਼ਨ ਆਫ ਮੈਂਬਰ ਡਿਸਕੁਆਲੀਫਾਈ। ਮੈਂਬਰ ਦੇ ਡਿਸਕੁਆਲੀਫਾਈ ਕਰਨ ਦਾ ਕਾਰਨ ਹੋਊਗਾ ਕਿ ਉਹ ਕਿਸੇ ਵੀ ਤਰੀਕੇ ਦੀ ਅਬਿਊਸਿਵ ਐਕਟੀਵਿਟੀ, ਸਤੀ ਪ੍ਰਥਾ ਜਾਂ ਹੋਰ ਅੰਧ ਵਿਸ਼ਵਾਸ ਤਾਂ ਨਹੀਂ ਕਹਿ ਸਕਦੇ, ਜਾਂ ਕਿਸੇ ਵੀ ਤਰੀਕੇ ਦੀ ਕ੍ਰਿਮੀਨਲ ਐਕਟੀਵਿਟੀਜ਼ 'ਚ ਇਨਵੋਲਡ ਆ। ਹਾਂ, ਵੈਸੇ ਤਾਂ ਚੁਣੇ ਜਾਣ ਦੀ ਉਮਰ ਲੋਕ ਸਭਾ ਤੇ ਵਿਧਾਨ ਸਭਾ 'ਚ 25 ਸਾਲ ਆ, ਇੱਥੇ 25 ਸਾਲ ਨਹੀਂ, ਇੱਥੇ 21 ਸਾਲ ਆ। ਕਿਸੇ ਨੂੰ ਇਹ ਕਹਿ ਕੇ ਨਹੀਂ ਉਹਦੀ ਮੈਂਬਰਸ਼ਿਪ ਕੈਂਸਲ ਕੀਤੀ ਜਾ ਸਕਦੀ ਕਿ ਉਹ 25 ਸਾਲ ਤੋਂ ਛੋਟਾ ਹੈ, ਬਿਕੋਜ਼ ਇੱਥੇ ਡਿਸਕੁਆਲੀਫਾਈ ਕਰਨ ਵਾਸਤੇ ਘੱਟੋ ਘੱਟ ਉਮਰ 21 ਸਾਲ ਤੋਂ ਥੋੜੀ ਹੋਣੀ ਚਾਹੀਦੀ ਹੈ। 21 ਸਾਲ ਜਾਂ 21 ਸਾਲ ਤੋਂ ਵੱਡਾ ਬੰਦਾ ਮੈਂਬਰ ਬਣ ਸਕਦਾ ਹੈ। ਕਿਹੜੇ ਕਾਰਨ ਕਰਕੇ ਉਹਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ? ਕਿਸੇ ਕ੍ਰਿਮੀਨਲ ਕੇਸ ਕਰਕੇ, ਕਿਸੇ ਲੜਾਈ ਝਗੜੇ ਕਰਕੇ, ਜਾਂ ਕਿਸੇ ਵੀ ਸੋਸ਼ਲ ਈਵਿਲ ਨੂੰ, ਦਾਜ, ਸਤੀ ਵਰਗੀ ਸਮੱਸਿਆ ਨੂੰ ਪ੍ਰਮੋਟ ਕਰਨ ਕਰਕੇ। ਉਹ ਕਿਸੇ ਵੀ ਸੋਸ਼ਲ ਈਵਿਲ ਨੂੰ ਪ੍ਰਮੋਟ ਕਰਦਾ ਹੋਊਗਾ ਤਾਂ ਉਦੋਂ ਫੇਰ ਕਾਰਵਾਈ ਕੀਤੀ ਜਾ ਸਕਦੀ ਹੈ। 243G, ਪੰਚਾਇਤ ਦੀਆਂ ਪਾਵਰਾਂ, ਅਥਾਰਟੀ ਤੇ ਜ਼ਿੰਮੇਵਾਰੀਆਂ। ਪੰਚਾਇਤਾਂ ਨੂੰ 29 ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਤੇ ਉਹਨਾਂ ਨੇ ਕੰਮ ਕਰਨਾ ਹੈ। ਇਹ 29 ਜ਼ਿੰਮੇਵਾਰੀਆਂ ਦਾ ਜ਼ਿਕਰ ਕੱਲਾ ਸੰਵਿਧਾਨ ਦੇ 243G 'ਚ ਨਹੀਂ, ਇਹਦੇ ਨਾਲ ਨਾਲ ਸੰਵਿਧਾਨ ਦੇ 11ਵੇਂ ਸ਼ਡਿਊਲ ਦੇ ਵਿੱਚ ਵੀ ਆ। 11ਵੀਂ ਸੂਚੀ ਵੀ 73ਵੀਂ ਸੋਧ ਨਾਲ ਹੀ ਪੰਚਾਇਤ ਦੀ ਸ਼ਡਿਊਲ ਦੇ ਵਿੱਚ ਐਡ ਕੀਤੀ ਗਈ ਸੀ ਤੇ ਉਹਦੇ 'ਚ ਸਾਰਾ ਪੰਚਾਇਤੀ ਰਾਜ ਨਾ ਹੋਣ ਦੀ ਬਜਾਏ ਉਹਦੇ 'ਚ ਸਿਰਫ 243G ਦਾ ਜ਼ਿਕਰ ਕੀਤਾ ਗਿਆ ਹੈ। 243G ਪੰਚਾਇਤ ਦੀਆਂ ਜ਼ਿੰਮੇਵਾਰੀਆਂ ਤੇ ਪੰਚਾਇਤ ਦੀਆਂ ਅਥਾਰਟੀਜ਼
ਅਥਾਰਟੀਜ਼, ਪੰਚਾਇਤ ਦੀਆਂ ਜ਼ਿੰਮੇਵਾਰੀਆਂ ਤੇ ਪੰਚਾਇਤ ਦੀਆਂ ਅਥਾਰਟੀਜ਼ ਜਿਹੜੀਆਂ ਨੇ ਇਹ 243 ਜੀ 'ਚ ਬਕਾਇਦਾ ਲਿਖੀਆਂ ਗਈਆਂ ਨੇ। ਕਲੀਅਰ ਹੈ ਗੱਲ। ਉਸ ਤੋਂ ਗੱਲ ਕਰਦੇ ਹਾਂ 243 ਐਚ, ਸਟੇਟ ਦੀ ਵਿਧਾਨ ਸਭਾ, ਸਟੇਟ ਦੀ ਲੈਜਿਸਲੇਚਰ ਇਹ ਪਾਵਰ ਪਿੰਡ ਦੀ ਪੰਚਾਇਤ ਨੂੰ ਦੇ ਸਕਦੀ ਆ ਕਿ ਜੇ ਉਹ ਕਿਸੇ ਜਗ੍ਹਾ ਤੇ ਟੈਕਸ ਲਾਉਣਾ ਚਾਹੁੰਦੇ ਆ ਜਾਂ ਕੋਈ ਫੰਡ ਜਨਰੇਟ ਕਰਨਾ ਚਾਹੁੰਦੇ ਆ, ਜਿਵੇਂ ਕਿਸੇ ਪਿੰਡ ਦੀ ਜਗ੍ਹਾ 'ਚ ਕੋਈ ਮਾਈਨਸ ਆ ਗਈਆਂ ਤੇ ਉੱਥੇ ਪਿੰਡ ਦੀ ਪੰਚਾਇਤ ਨੂੰ ਸਟੇਟ ਕਹਿ ਕੇ ਪਾਵਰ ਵੀ ਦੇ ਸਕਦੀ ਆ ਕਿ ਤੁਸੀਂ ਇੱਥੇ ਟੈਕਸ ਲਾਓ, ਟੈਕਸ ਇਕੱਠਾ ਕਰੋ, ਉਹਦਾ 80% ਸਾਡਾ, 20% ਤੁਹਾਡੀ ਪੰਚਾਇਤ ਦਾ। ਐਵੇਂ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਹੈ, ਪਰ ਸਟੇਟ ਦੀ ਵਿਧਾਨ ਸਭਾ ਤੋਂ ਪੁੱਛ ਕੇ। ਠੀਕ ਆ। 243 ਆਈ, ਸਟੇਟ ਇੱਕ ਸਟੇਟ ਫਾਈਨਾਂਸ ਕਮਿਸ਼ਨ ਦਾ ਗਠਨ ਕਰੂਗੀ। ਸਟੇਟ ਫਾਈਨਾਂਸ ਕਮਿਸ਼ਨ ਸੈਂਟਰ ਦੇ ਫਾਈਨਾਂਸ ਕਮਿਸ਼ਨ ਵਰਗੀ ਇੱਕ ਸੰਸਥਾ ਹੋਊਗੀ। ਜਿਵੇਂ ਸੈਂਟਰ ਦਾ ਫਾਈਨਾਂਸ ਕਮਿਸ਼ਨ ਸੈਂਟਰ ਨੂੰ ਇਹ ਸਲਾਹ ਦਿੰਦਾ ਹੈ ਕਿ ਐਰਕੀ ਤੁਸੀਂ ਆਪਣੇ ਕੁੱਲ ਟੈਕਸ ਦੇ ਖਜ਼ਾਨੇ 'ਚੋਂ ਕਿੰਨਾ ਸਟੇਟਾਂ ਨੂੰ ਵੰਡਣਾ ਹੈ, ਤੇ ਸਟੇਟ ਫਾਈਨਾਂਸ ਕਮਿਸ਼ਨ ਸਟੇਟ ਸਰਕਾਰ ਨੂੰ ਸਲਾਹ ਦਿਆ ਕਰੂਗਾ। ਇਹ ਨਵੀਂ ਸੰਸਥਾ ਦਾ ਨਿਰਮਾਣ ਕੀਤਾ ਗਿਆ, ਇਹਦਾ ਸੈਂਟਰ ਦੇ ਫਾਈਨਾਂਸ ਕਮਿਸ਼ਨ ਨਾਲ ਕੋਈ ਸੰਬੰਧ ਨਹੀਂ। ਸਟੇਟ ਫਾਈਨਾਂਸ ਕਮਿਸ਼ਨ ਦੀ ਜ਼ਿੰਮੇਵਾਰੀ ਹੋਊਗੀ ਸਟੇਟ ਸਰਕਾਰ ਨੂੰ ਸਲਾਹ ਦੇਣੀ ਕਿ ਤੁਸੀਂ ਆਪਣੇ ਇਸ ਵਾਰ ਟੋਟਲ ਫੰਡ 'ਚੋਂ ਕਿੰਨਾ ਫੰਡ ਲੋਕਲ ਬਾਡੀਜ਼ ਨੂੰ, ਸਥਾਨਕ ਸਰਕਾਰਾਂ ਨੂੰ, ਜਿਨ੍ਹਾਂ 'ਚ ਮੁਨਸੀਪੈਲਿਟੀਆਂ ਤੇ ਪੰਚਾਇਤਾਂ ਆ ਜਾਂਦੀਆਂ, ਉਹਨਾਂ ਨੂੰ ਵੰਡਣਾ ਹੈ। 243 ਆਈ। 243 ਜੇ, ਪਿੰਡਾਂ ਦੇ ਜਾਂ ਪੰਚਾਇਤਾਂ ਦੇ ਅਕਾਊਂਟ ਦਾ ਆਡਿਟ ਕਰਨ ਵਾਸਤੇ ਫਾਈਨਾਂਸ ਕਮਿਸ਼ਨ ਆਪਣੇ ਆਡੀਟਰ ਪ੍ਰੋਵਾਈਡ ਕਰਾਊਗੀ ਸਟੇਟ ਗਵਰਨਮੈਂਟ ਦੇ ਕਹਿਣ ਤੇ ਆਪਣੀ ਰਿਪੋਰਟ ਸਟੇਟ ਦੀ ਵਿਧਾਨ ਸਭਾ 'ਚ ਪੇਸ਼ ਕਰੂਗੀ। 243 ਕੇ, ਪਿੰਡਾਂ ਦੀਆਂ ਪੰਚਾਇਤਾਂ ਵਾਸਤੇ ਵੋਟਾਂ ਕਰਾਉਣ ਵਾਸਤੇ ਸੈਂਟਰ ਦੇ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਨਹੀਂ ਹੋਊਗੀ। ਸੈਂਟਰ ਦਾ ਇਲੈਕਸ਼ਨ ਕਮਿਸ਼ਨ ਸਿਰਫ ਰਾਸ਼ਟਰਪਤੀ ਦੀਆਂ, ਉਪ ਰਾਸ਼ਟਰਪਤੀ ਦੀਆਂ, ਲੋਕ ਸਭਾ ਦੀਆਂ ਤੇ ਰਾਜ ਸਭਾ ਦੀਆਂ ਤੇ ਸਟੇਟ ਦੀਆਂ ਵਿਧਾਨ ਸਭਾਵਾਂ ਦੀਆਂ ਵੋਟਾਂ ਕਰਾਉਂਦਾ ਹੈ ਇਲੈਕਸ਼ਨ ਕਮਿਸ਼ਨ। ਪੰਚਾਇਤਾਂ ਤੇ ਮੁਨਸੀਪੈਲਿਟੀਜ਼ ਦੀਆਂ ਵੋਟਾਂ ਵਾਸਤੇ ਇੱਕ ਵਿਸ਼ੇਸ਼ ਨਵੇਂ ਸਿਰੇ ਤੋਂ ਇਲੈਕਸ਼ਨ ਕਮਿਸ਼ਨ ਬਣਾਇਆ ਜਾਊਗਾ, ਉਹਨੂੰ ਕਿਹਾ ਜਾਊਗਾ CEC, ਸਟੇਟ ਇਲੈਕਸ਼ਨ ਕਮਿਸ਼ਨ। ਸਟੇਟ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੋਊਗੀ ਪਿੰਡ ਦੀਆਂ ਪੰਚਾਇਤਾਂ ਤੇ ਸ਼ਹਿਰ ਦੀਆਂ ਮੁਨਸੀਪੈਲਿਟੀਆਂ ਦਾ ਦੀਆਂ ਵੋਟਾਂ ਪਵਾਉਣੀਆਂ। ਇਹ ਸੰਸਥਾ 243 ਕੇ ਦੇ ਹਿਸਾਬ ਨਾਲ ਬਣਾਈ ਜਾਊਗੀ। ਸਟੇਟ ਇਲੈਕਸ਼ਨ ਕਮਿਸ਼ਨ ਦਾ ਸੈਂਟਰ ਦੇ ਇਲੈਕਸ਼ਨ ਕਮਿਸ਼ਨ ਨਾਲ ਕੋਈ ਸੰਬੰਧ ਨਹੀਂ। ਤੁਸੀਂ ਕਹੋਗੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਫਿਰ ਇਹਨੇ ਕਰਾਈਆਂ? ਨਹੀਂ, ਉਹ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਕਰਵਾਉਂਦਾ ਹੈ। ਉਹਨਾਂ ਦਾ ਜਿਹੜਾ ਚੰਡੀਗੜ੍ਹ ਦਫ਼ਤਰ ਆ ਉਹ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਨਹੀਂਗਾ, ਇਹ ਤਾਂ ਮਿਊਨਿਸਪੈਲਿਟੀਆਂ ਤੇ ਪੰਚਾਇਤਾਂ ਦੀਆਂ ਵੋਟਾਂ ਕਰਾ ਕੇ ਸੌਂ ਜਾਂਦਾ ਹੈ। ਉਹ ਦਫ਼ਤਰ ਆ CEO, ਚੀਫ ਇਲੈਕਟੋਰਲ ਆਫੀਸਰ ਪੰਜਾਬ। ਉਹ ਸੈਂਟਰ ਦਾ ਨੁਮਾਇੰਦਾ ਹੈ ਪੰਜਾਬ 'ਚ। ਵਿਧਾਨ ਸਭਾ ਦੀਆਂ, ਸਟੇਟ ਲੈਜਿਸਲੇਚਰ ਦੀਆਂ ਚੋਣਾਂ ਉਹ ਕਮਿਸ਼ਨ ਕਰਾਉਂਦਾ, ਨਾ ਕਿ ਇਹ ਸਿਰਫ ਪਿੰਡ ਦੀਆਂ ਪੰਚਾਇਤਾਂ ਤੇ ਸ਼ਹਿਰ ਦੀਆਂ ਮਿਊਨਿਸਪੈਲਿਟੀਜ਼ ਦਾ। ਠੀਕ ਆ। ਉਸ ਤੋਂ ਬਾਅਦ ਐਪਲੀਕੇਸ਼ਨ 243L, ਐਪਲੀਕੇਸ਼ਨ ਟੂ ਯੂਟੀਜ਼, ਕਿ ਜਿਹੜਾ ਇਹ ਪੰਚਾਇਤੀ ਰਾਜ ਆ ਇਹ ਯੂਨੀਅਨ ਟੈਰੀਟਰੀਜ਼ ਤੇ ਵੀ ਲਾਗੂ ਹੋਊਗਾ, ਇਹ ਸਿਰਫ ਸਟੇਟਸ ਵਾਸਤੇ ਨਹੀਂਗਾ। ਜਿਵੇਂ ਸਪੋਜ਼ ਕਰੋ ਪੁਡੂਚੇਰੀ ਹੋ ਗਈ ਜਾਂ ਲਕਸ਼ਦਵੀਪ, ਉੱਥੋਂ ਦੇ ਪਿੰਡਾਂ ਤੇ ਵੀ ਇਹ ਪੰਚਾਇਤੀ ਰਾਜ ਲਾਗੂ ਹੋਊਗਾ, ਤਾਂ ਇਹ ਉਹਦੇ ਵਾਸਤੇ ਆ। ਪਾਰਟ ਨੋਟ ਟੂ ਅਪਲਾਈ 243M ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਭਾਰਤ ਦੇ ਵਿੱਚ ਕੁਝ ਇਲਾਕੇ ਇਹੋ ਜਿਹੇ ਨੇ ਜਿਹੜੇ ਟਰਾਈਬਲ ਏਰੀਆਜ਼ ਨੇ ਜਾਂ ਜਨਜਾਤੀ ਇਲਾਕੇ, ਇਹਨਾਂ 'ਚ ਕੁਝ ਵੀ ਨੇ। ਇਹੋ ਜਿਹੇ ਬਹੁਤ ਇਲਾਕੇ ਹੋਣਗੇ ਜਿੱਥੇ ਸ਼ਾਇਦ ਉੱਥੋਂ ਦੇ ਲੋਕਲ ਕਸਟਮਸ, ਉੱਥੋਂ ਦੇ ਟਰਾਈਬਲਸ ਦੇ ਮਾਮਲੇ 'ਚ, ਉੱਥੋਂ ਦੇ ਜਨਜਾਤੀय ਲੋਕਾਂ ਦੇ ਮਾਮਲੇ 'ਚ ਅਸੀਂ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਉੱਥੋਂ ਦੇ ਲੋਕਾਂ ਦੇ ਮਾਮਲੇ ਦੇ ਵਿੱਚ ਅਸੀਂ ਇੰਟਰਫੇਅਰ ਨਾ ਕਰੀਏ। ਉੱਥੇ ਪੰਚਾਇਤੀ ਰਾਜ ਨੂੰ ਐਜ਼ ਇਟ ਇਜ਼ ਲਾਗੂ ਨਹੀਂ ਕੀਤਾ ਜਾਊਗਾ, ਉੱਥੇ ਕੀਤਾ ਜਾਊਗਾ ਪੰਚਾਇਤੀ ਰਾਜ ਐਕਸਟੈਂਸ਼ਨ ਟੂ ਸ਼ਡਿਊਲਡ ਏਰੀਆ, ਪੀਸਾ ਐਕਟ। ਪੀਸਾ ਦਾ ਮਤਲਬ ਆ ਪੰਚਾਇਤੀ ਰਾਜ ਦਾ ਸੋਧਿਆ ਹੋਇਆ ਰੂਪ, ਅਮੈਂਡ ਹੋਇਆ ਰੂਪ, ਜਿਹੜਾ ਉੱਥੋਂ ਦੇ ਲੋਕਾਂ ਦੇ ਕਸਟਮਸ, ਰੀਤੀ ਰਿਵਾਜਾਂ ਦੇ ਮੁਤਾਬਕ ਹੋਊਗਾ। ਉੱਥੇ ਇਹ ਉਹਦੇ ਵਾਸਤੇ 243M। 243N, ਕੰਟੀਨਿਊਸ਼ਨ ਆਫ ਐਗਜ਼ਿਸਟਿੰਗ ਲਾਜ਼ ਆਫ ਪੰਚਾਇਤਸ, ਐਗਜ਼ਿਸਟਿੰਗ ਲਾਜ਼ ਐਂਡ ਪੰਚਾਇਤਸ। ਜਿਸ ਸਾਲ 1992 ਦੀ 24 ਅਪ੍ਰੈਲ ਨੂੰ ਪੰਚਾਇਤੀ ਰਾਜ ਲਾਗੂ ਹੋਇਆ, ਉਸ ਤੋਂ ਪਹਿਲਾਂ ਕਿਹੜਾ ਪਿੰਡਾਂ 'ਚ ਪੰਚਾਇਤਾਂ ਨਹੀਂ ਸੀ। ਬਸ ਉਸ ਤੋਂ ਪਹਿਲਾਂ ਜਿਹੜੀਆਂ ਪੰਚਾਇਤਾਂ ਸੀ ਉਹ ਸੰਵਿਧਾਨਕ ਦਰਜੇ ਦੇ ਅਕੋਰਡਿੰਗ ਨਹੀਂ ਸੀ, ਉਹ ਸਟੇਟਾਂ ਦੇ ਆਪੋ ਆਪਣੇ ਬਣਾਏ ਹੋਏ ਕਾਨੂੰਨਾਂ ਦੇ ਅਕੋਰਡਿੰਗ ਪੰਚਾਇਤਾਂ ਸੀਗੀਆਂ। ਉਹਨਾਂ ਸਾਰੀਆਂ ਪੰਚਾਇਤਾਂ ਨੂੰ ਕਿਹਾ ਗਿਆ ਕਿ ਜਿੰਨੀਆਂ ਵੀ ਪੁਰਾਣੀਆਂ ਐਗਜ਼ਿਸਟਿੰਗ ਪੰਚਾਇਤਾਂ ਨੇ ਜਾਂ ਉਹਨਾਂ ਪੰਚਾਇਤਾਂ ਦੇ ਸਟੇਟਾਂ ਦੇ ਬਣਾਏ ਗਏ ਕਾਨੂੰਨ ਨੇ, ਉਹ ਇਸ ਕਾਨੂੰਨ ਦੇ ਲਾਗੂ ਹੋਣ ਤੋਂ 1 ਸਾਲ ਤੱਕ ਹੀ ਲਾਗੂ ਰਹਿਣਗੇ। 1 ਸਾਲ ਦੇ ਅੰਦਰ ਅੰਦਰ ਸਾਰੀਆਂ ਸਟੇਟਾਂ ਆਪਣੀਆਂ ਪੰਚਾਇਤਾਂ ਭੰਗ ਕਰ ਦੇਣ, ਉਹਨਾਂ ਦੇ ਬਣਾਏ ਹੋਏ ਰੂਲ ਖਤਮ ਕਰ ਦੇਣ ਤੇ ਆਪੋ ਆਪਣੀ ਸਟੇਟ ਦੇ ਵਿੱਚ ਨਵੇਂ-ਨਵੇਂ ਰੂਲ ਬਣਾਉਣ। ਤਾਂ ਇਸ ਨਵੇਂ ਕਨਸਟੀਟਿਊਸ਼ਨ ਦੇ ਵਿੱਚ ਐਡ ਹੋਏ ਭਾਗ 9 ਪਾਰਟ 9 ਦੇ ਅਕੋਰਡਿੰਗ ਜੋ ਪੰਚਾਇਤੀ ਰਾਜ 'ਚ ਲਿਖਿਆ ਗਿਆ ਹੈ, ਇਹਦੇ ਅਕੋਰਡਿੰਗ ਹੀ ਤੁਹਾਡੇ ਨਵੇਂ ਰੂਲਸ ਹੋਣੇ ਚਾਹੀਦੇ ਆ। ਤਾਂ ਪੰਚਾਇਤੀ ਰਾਜ ਨੂੰ ਲੈ ਕੇ ਫਿਰ ਨਵੇਂ ਰੂਲਸ ਬਣਾਏ ਗਏ ਪੰਚਾਇਤੀ ਰਾਜ ਨੂੰ ਲੈ ਕੇ। ਠੀਕ ਆ। ਤਾਂ ਪੁਰਾਣੇ ਰੂਲ ਸਿਰਫ 1 ਸਾਲ ਵਾਸਤੇ ਲਾਗੂ ਕੀਤੇ ਜਾਣਗੇ। 243O
ਇਲੈਕਸ਼ਨਸ ਦੇ ਮੈਟਰ ਦੇ ਵਿੱਚ ਕੋਰਟ ਦਾ ਕੋਈ ਇੰਟਰਫੇਰੈਂਸ ਨਹੀਂ ਹੋਊਗੀ। ਹਾਈ ਕੋਰਟ ਕਿਸੇ ਵੀ ਇਲੈਕਸ਼ਨ ਮੈਟਰ ਨੂੰ ਨਾਰਮਲ ਮੈਟਰ ਦੀ ਤਰ੍ਹਾਂ ਨਹੀਂ ਲਊਗੀ, ਇਲੈਕਸ਼ਨ ਪਟੀਸ਼ਨ ਦੀ ਤਰ੍ਹਾਂ ਲਊਗੀ। ਤੇ ਇਲੈਕਸ਼ਨ ਪਟੀਸ਼ਨ ਜਿਹੜੀ ਆ ਉਹਦੇ ਤੇ ਇੱਕੋ ਦਮ ਕਾਰਵਾਈ ਨਾ ਕੀਤੀ ਜਾਵੇ, ਤਾਂ ਜੋ ਇਹ ਨਾ ਹੋਵੇ ਕਿ ਕੋਈ ਬੰਦਾ ਹਾਰ ਰਿਹਾ ਹੈ, ਹਾਰਨ ਤੇ ਡਰ ਤੋਂ ਉਹ ਆਪਣਾ ਝੂਠਾ ਮੂਠਾ ਇਲੈਕਸ਼ਨ ਪਟੀਸ਼ਨ ਪਾ ਦੇ ਤੇ ਕੋਰਟ ਇਲੈਕਸ਼ਨਸ ਤੇ ਰੋਕ ਲਾ ਦੇ। ਐਵੇਂ ਕੁਝ ਨਹੀਂ ਹੋਊਗਾ। ਇਲੈਕਸ਼ਨ ਪਟੀਸ਼ਨ ਦੀ ਪੈਰਲਲ ਕਾਰਵਾਈ ਚੱਲੂਗੀ। ਅਦਰਵਾਈਜ਼ ਕੋਰਟ ਕਿਸੇ ਵੀ ਤਰੀਕੇ ਦੇ ਇਸ ਤਰੀਕੇ ਦੇ ਚੋਣਾਂ ਦੇ ਮਾਮਲੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰੂਗੀ, ਅਦਾਲਤ ਜਿਹੜੀ ਠੀਕ ਆ ਗੱਲ। ਸੋ ਇਹ ਪੂਰੀ ਦੀ ਪੂਰੀ ਕਹਾਣੀ 243 ਆਰਟੀਕਲ ਤੋਂ ਲੈ ਕੇ 243 O ਤੱਕ ਗੱਲ ਇਹ ਨਹੀਂ ਸੀ ਕਿ ਆਰਟੀਕਲ ਤਾਂ ਸਭ ਨੂੰ ਪਤਾ ਕਿ ਆਰਟੀਕਲ ਲਿਖੇ ਆ, ਉਹਨਾਂ ਆਰਟੀਕਲਸ ਦੇ ਵਿੱਚ ਕੀ ਗੱਲ ਆ, ਕੱਲਾ ਆਰਟੀਕਲ ਉਹਦੇ ਅੱਗੇ ਇੱਕ ਦੋ ਲੈਣਾ ਜੋ ਮੈਂ ਬੋਲੀਆਂ ਹੈ ਉਹਨਾਂ ਨੂੰ ਨੋਟ ਕਰੋ ਤੇ ਰੱਟ ਲਿਓ, ਬਿਕੋਜ਼ ਪੇਪਰਾਂ 'ਚ ਆਉਂਦੇ ਬਹੁਤ ਆ। ਕੱਲੀ ਲਾਈਨ ਦੀ ਇੱਕ ਐਕਸਪਲੇਨੇਸ਼ਨ ਆ, ਹਰ ਗੱਲ ਦਾ ਇੱਕ ਮਤਲਬ ਸੀਗਾ ਜਿਹੜਾ ਕਿ ਮੈਂ ਤੁਹਾਨੂੰ ਪ੍ਰੋਪਰਲੀ ਐਕਸਪਲੇਨ ਕਰਿਆ ਹੈ। ਤਾਂ ਹੀ ਮੈਂ ਇਹਨਾਂ ਦੇ ਅੱਗੇ ਕੁਝ ਲਿਖ ਕੇ ਨਹੀਂ ਲੈ ਕੇ ਆਇਆ, ਜਾਣ ਕੇ ਨਹੀਂ ਮੈਂ ਲਿਖਿਆ ਕਿ ਬਿਕੋਜ਼ ਮੈਂ ਤੁਹਾਨੂੰ ਦੱਸਾਂ ਤੇ ਤੁਸੀਂ ਉਹਨੂੰ ਨੋਟ ਕਰੋ ਤੇ ਤੁਹਾਡਾ ਯਾਦ ਰਵੇ ਇਹ ਗੱਲ। ਸਾਰੇ ਆਰਟੀਕਲਸ ਤੁਸੀਂ ਕਹਿ ਦਿੰਦੇ ਹੋ ਨਾ ਕਿ ਆਰਟੀਕਲ 243 ਤੋਂ ਲੈ ਕੇ ਉਹ ਤੱਕ ਯਾਦ ਕਰਾਏ ਜਾਣ। ਪੰਚਾਇਤੀ ਰਾਜ ਤੇ ਮਿਊਨਿਸਪੈਲਿਟੀਜ਼ ਨੂੰ ਲੈ ਕੇ ਤੁਸੀਂ ਬਹੁਤ ਸੈਂਸਿਟਿਵ ਹੋ। ਸੋ ਇਹ ਦੋਵੇਂ ਲੈਕਚਰ ਮੈਂ ਮੰਨ ਕੇ ਚੱਲਦਾ ਕਿ ਮੈਂ ਬੜੀ ਸੰਜੀਦਗੀ ਨਾਲ ਕਰਾਉਣੇ ਆ, ਠੀਕ ਆ। ਮਾਸਟਰ ਕਲਾਸਿਸ ਪਟਿਆਲਾ ਦੇ ਨਾਲ ਤੁਸੀਂ ਜੇ ਜੁੜਨਾ ਵੀ ਚਾਹੁੰਦੇ ਹੋ ਨਾ, ਤਾਂ ਤੁਹਾਡੇ ਕੋਲ ਮਾਈ ਇੰਸਟੀਟਿਊਟ ਨਾਮ ਦੀ ਐਪ ਆ ਆਈਫੋਨ ਤੇ, ਠੀਕ ਆ। ਕੋਡ ਆ ਉੱਥੇ ਕੋਡ ਮੰਗਣਗੇ MVWOG ਤੇ ਐਂਡਰੋਇਡ ਤੇ ਤਾਂ ਮਾਸਟਰ ਕਲਾਸਿਸ ਪਟਿਆਲਾ ਹੈ ਹੀ ਆ। ਕਿਸੇ ਜਦੋਂ ਐਪ ਡਾਊਨਲੋਡ ਹੋ ਗਈ ਆਪਣਾ ਨਾਮ ਵਗੈਰਾ ਭਰੋ, ਥੱਲੇ ਚੈਟ 'ਚ ਜਾ ਕੇ ਤੁਸੀਂ ਮਾਸਟਰ ਕਲਾਸਿਸ ਵਾਲੇ ਨੰਬਰ ਤੇ ਚੈਟ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਅਦਰਵਾਈਜ਼ 80544 00797 ਤੇ 77078 00072 ਆ ਦੋ ਨੰਬਰ ਆ, ਇਹਨਾਂ ਤੇ ਕਾਲ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਕੋਈ ਵੀ ਕੋਰਸ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। ਕੰਟੈਂਟ ਸਾਡਾ ਸਾਰਾ ਬਾਈਲਿੰਗੁਅਲ ਆ, ਠੀਕ ਆ। ਉਮੀਦ ਕਰਦੇ ਹਾਂ ਕਿ ਲੈਕਚਰ ਸਹੀ ਲੱਗਾ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।